ਇਹ ਜਿਹੜੀ ਤੁਸੀਂ ਪਾਰਟੀ ਦਾ ਆਗਾਜ਼ ਕੀਤਾ, ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਕਿਹੜੀ ਪਾਰਟੀ। ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਣਾ ਰਹੇ ਹਾਂ। 95 ਤੋਂ ਬਾਅਦ ਅਕਾਲੀ ਦਲ ਆਪਣੇ ਮੂਲ ਵਜੂਦ ਤੋਂ ਵੈਸੇ ਵੀ ਬਾਹਰ ਆ ਗਿਆ ਸੀਗਾ ਜਦੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਅੰਸ ਕਰਕੇ ਜਿਹੜਾ ਉਹ ਚੋਣਾਂ ਲੜਨੀਆਂ ਸ਼ੁਰੂ ਕੀਤੀਆਂ, ਤਾਂ ਉਦੋਂ ਵੀ ਆਪਣਾ ਜਿਹੜਾ ਉਹਨਾਂ ਦਾ ਅਸਲ ਵਜੂਦ ਆ ਉਦੋਂ ਬਾਹਰ ਆ ਗਿਆ ਸੀਗਾ। ਪਰ ਉਹ ਤੋਂ ਬਾਅਦ ਨਿਕਲਦਾ ਅੱਜ ਆਖਰੀ ਸਾਹਾਂ ਦੇ ਉੱਤੇ ਪਹੁੰਚ ਗਿਆ ਔਰ ਲੋਕਾਂ ਨੂੰ ਇਹ ਸਪਸ਼ਟ ਵੀ ਹੋ ਗਿਆ, ਜੱਗ ਜ਼ਾਹਰ ਹੋ ਗਿਆ ਕਿ ਇਹ ਉਹ ਅਕਾਲੀ ਦਲ ਨਹੀਂ ਹੈ ਜਿਸ ਦੇ ਲਈ ਇਹਨੂੰ ਉਸਾਰਿਆ ਗਿਆ ਸੀ। ਚੋਣਾਂ ਦੀ ਗੱਲ ਆਪਾਂ ਕਰੀਏ ਕਿ ਚੋਣਾਂ ਵੀ ਲੜੂ ਫਿਰ ਇਹ ਪਾਰਟੀ, ਕਿਉਂਕਿ ਸਿਆਸੀ ਪਾਰਟੀ ਕਿਹਾ ਤੁਸੀਂ। ਹੁਣ ਤੱਕ ਅਸੀਂ ਮੰਨਦੇ ਹਾਂ ਕਿ ਪਿਛਲੇ 75 ਸਾਲਾਂ ਤੋਂ ਇੱਥੇ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਬਣੀ ਹੋਵੇ, ਰਾਜ ਇੱਥੇ ਕੇਂਦਰ ਨਹੀਂ ਕੀਤਾ, ਕਿਉਂਕਿ ਤਾਕਤਾਂ ਉਹਦੇ ਕੋਲ ਨੇ। ਰਾਜ ਤਾਕਤਾਂ ਦੇ ਤਖਤ ਨਾਲ ਹੁੰਦਾ ਆ ਤੇ ਤਾਕਤਾਂ ਦੇ ਤਖਤ ਕੇਂਦਰ ਕੋਲ ਨੇ। ਉਹ ਤਾਕਤਾਂ ਦੇ ਤਖਤ ਕਿਸੇ ਵੀ ਸੂਬੇ ਕੋਲ ਨਹੀਂ ਹੈਗੇ ਤੇ ਪੰਜਾਬ ਕੋਲ ਤਾਂ ਬਿਲਕੁਲ ਹੀ ਹੈ ਨਹੀਂ, ਕਿਉਂਕਿ ਉਹਨੇ ਕਦੇ ਰਲ ਕੇ ਉਹਨਾਂ ਨਾਲ ਸਰਕਾਰ ਬਣਾਈ ਨਹੀਂ, ਨਾ ਸ਼ਾਇਦ ਅੱਗੇ ਕਦੇ ਬਣਾਊਗਾ। ਇਹੀ ਗੱਲ ਅਸੀਂ ਲੋਕਾਂ ਨੂੰ ਜਾ ਕੇ ਸਮਝਾਉਣੀ ਆ ਕਿ ਜਿਨ੍ਹਾਂ ਨੂੰ ਇੰਨੇ ਸਾਲਾਂ ਤੋਂ ਵੋਟਾਂ ਪਾਉਂਦੇ ਆ ਰਹੇ ਹੋ ਤੇ ਹੁਣ ਫੇਰ ਪਾਉਂਗੇ, ਉਹਨਾਂ ਨੂੰ ਵੋਟਾਂ ਪਾਉਣ ਤੋਂ ਬਾਅਦ, ਉਹਨਾਂ ਨੂੰ ਜਿਤਾਉਣ ਤੋਂ ਬਾਅਦ ਵੀ ਤੁਹਾਡੇ ਮਸਲੇ ਜਿਹੜੇ ਹੈਗੇ ਆ ਉਹ ਹੱਲ ਨਹੀਂ ਹੋਣੇ। ਜਿਹੜੀ ਵੀ ਪੋਲੀਟੀਕਲ ਪਾਰਟੀ, ਜਿਹੜਾ ਵੀ ਕੈਂਡੀਡੇਟ ਅੱਜ ਇਹ ਗੱਲ ਕਹਿੰਦਾ ਆ ਕਿ ਜੇ ਤੁਸੀਂ ਮੈਨੂੰ ਜਿਤਾ ਦਿਓਗੇ ਜਾਂ ਮੇਰੀ ਪਾਰਟੀ ਨੂੰ ਇਲੈਕਸ਼ਨਾਂ ਜਿਤਾ ਦਿਓਗੇ, ਸਾਡੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਤੁਹਾਡਾ ਕਲਿਆਣ ਕਰ ਦਿਆਂਗੇ, ਉਹ ਝੂਠ ਬੋਲਦਾ ਆ। ਹਲੇ ਵੀ ਕਿਤੇ ਨਾ ਕਿਤੇ ਲੱਗ ਰਿਹਾ ਗਾਏ ਬਗਾਏ ਕਿ ਲੋਕ ਉਹਨਾਂ ਦੇ ਨਾਲ ਹੀ ਜੁੜੇ ਹੋਏ ਨੇ ਰਵਾਇਤੀ ਪਾਰਟੀਆਂ ਦੇ। ਤੇ ਤੁਸੀਂ ਲੋਕਾਂ ਤੱਕ ਇਹ ਗੱਲ ਦੀ ਪਹੁੰਚ ਕਿਵੇਂ ਕਰਾਓਗੇ, ਲੋਕਾਂ ਨੂੰ ਜਾਗਰੂਕ ਕਿਸ ਤਰ੍ਹਾਂ ਕਰੋਗੇ? ਸਮਾਂ ਬਹੁਤ ਘੱਟ ਰਹਿ ਚੁੱਕਾ। ਪਿੱਛੇ ਅੰਦੋਲਨ ਨਿਕਲਿਆ, ਕਿਸਾਨੀ ਅੰਦੋਲਨ, ਉਹਨੇ ਬਹੁਤ ਕੁਝ ਸਾਫ਼ ਕੀਤਾ। ਸਾਡੀ ਦੋ ਤਰ੍ਹਾਂ ਦੀ ਪਛਾਣ ਸੀ ਇਸ ਦੇਸ਼ ਦੇ ਵਿੱਚ। ਮੈਂ ਸਾਫ਼ ਤੌਰ ਤੇ, ਜ਼ਾਹਿਰਾ ਤੌਰ ਤੇ ਕਹਿਣਾ ਚਾਹੁੰਦਾ, ਜਾਂ ਤਾਂ ਸਾਨੂੰ ਮਜ਼ਾਕ ਦੇ ਪਾਤਰ ਸਮਝਿਆ ਜਾਂਦਾ ਸੀ ਤੇ ਜਾਂ ਸਾਨੂੰ ਅੱਤਵਾਦੀ ਸਮਝਿਆ ਜਾਂਦਾ ਸੀ। ਔਰ ਇਹ 1 ਸਾਲ ਦੇ ਅੰਦੋਲਨ ਨੇ ਉਹ ਦੋਵੇਂ ਤਸਵੀਰਾਂ ਸਾਫ਼ ਕੀਤੀਆਂ। ਉਹਨਾਂ ਨੇ ਇਹ ਵੀ ਦੇਖਿਆ ਕਿ ਇਹ ਸਾਊ ਨੇ, ਜੋਕਰ ਨਹੀਂ ਗੇ, ਤੇ ਦੂਸਰਾ ਇਹ ਅੱਤਵਾਦੀ ਨਹੀਂ ਗੇ, ਇਹ ਜੁਝਾਰੂ ਨੇ। ਇਹ ਦੋਵੇਂ ਤਸਵੀਰਾਂ ਸਾਡੀਆਂ ਸਾਫ਼ ਹੋਈਆਂ ਔਰ ਇਹ ਸਾਰਾ ਕੁਝ ਕਰਨ ਦੀ ਜਿਹੜੀ ਸਾਰੀ ਮੁਹਿੰਮ ਸੀ ਉਹ ਇੰਡੀਅਨ ਸਟੇਟ ਦੀ ਮੁਹਿੰਮ ਸੀ, ਜਿਹਦੇ ਵਿੱਚ ਅਸੀਂ ਜਿਹੜੇ ਹੈਗੇ ਆ, ਜੋ ਸੀਗੇ ਉਹ, ਜੋ ਨਹੀਂ ਸੀਗੇ ਉਹ ਉੱਦਾਂ ਦੇ ਅਸੀਂ ਪ੍ਰਿੰਟ ਕੀਤੇ ਗਏ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰ ਚਹਿਲ ਤੇ ਤੁਸੀਂ ਦੇਖ ਰਹੇ ਹੋ ਦ ਸਟੋਰੀ ਟੀਵੀ। ਅੱਜ ਸਾਡੇ ਨਾਲ ਖਾਸ ਮਹਿਮਾਨ ਮੌਜੂਦ ਨੇ, ਪ੍ਰੋਫੈਸਰ ਪ੍ਰਭਜੋਤ ਸਿੰਘ ਘੱਗਾ ਜੀ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਅੱਜ ਇਹਨਾਂ ਵੱਲੋਂ ਇੱਕ ਨਵੀਂ ਸਿਆਸੀ ਪਾਰਟੀ ਦਾ ਆਗਾਜ਼ ਕੀਤਾ ਗਿਆ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ, ਬਹੁਤ-ਬਹੁਤ ਸ਼ੁਕਰੀਆ। ਇਹ ਜਿਹੜੀ ਤੁਸੀਂ ਪਾਰਟੀ ਦਾ ਆਗਾਜ਼ ਕੀਤਾ, ਦਰਸ਼ਕਾਂ ਨੂੰ ਜਾਣਕਾਰੀ ਦਿਓ ਕਿ ਕਿਹੜੀ ਪਾਰਟੀ ਹੈ ਤੇ ਇਹਦਾ ਆਖਿਰ ਦੇ ਵਿੱਚ ਇਹਦਾ ਆਗਾਜ਼ ਕਰਨ ਦਾ, ਇਹਨੂੰ ਸ਼ੁਰੂਆਤ ਕਰਨ ਦਾ ਕੀ ਰੀਜ਼ਨ ਰਿਹਾ, ਇਹਦੇ ਪਿੱਛੇ ਕੀ ਕਾਰਨ ਰਿਹਾ ਜੀ? ਹਾਂ, ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਣਾ ਰਹੇ ਹਾਂ। ਬਹੁਤ ਸਾਰੇ ਦਰਸ਼ਕਾਂ ਦਾ ਹੁਣ ਇੱਥੇ ਇਹ ਸਵਾਲ ਪੈਦਾ ਹੋਊਗਾ ਵੀ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਹੈਗਾ, ਵੀ ਸ਼੍ਰੋਮਣੀ ਅਕਾਲੀ ਦਲ, ਵੈਸੇ ਹੋਰ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਮਤਲਬ ਹੈਗੇ ਨੇ, ਪਹਿਲਾਂ ਵੀ ਹੈਗੇ ਨੇ, ਪਰ ਸਾਨੂੰ ਸ਼੍ਰੋਮਣੀ ਅਕਾਲੀ ਦਲ ਹੀ ਬਣਾਉਣ ਦੀ ਲੋੜ ਕਿਉਂ ਪਈ? ਇੱਕ ਤਾਂ ਇਹ ਹੈ ਕਿ ਅਸੀਂ ਮੰਨਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ ਨਾ, ਇਹ ਸੰਘਰਸ਼ਾਂ ਦੇ ਵਿੱਚੋਂ, ਸ਼ਹਾਦਤਾਂ ਦੇ ਵਿੱਚੋਂ ਨਿਕਲ ਕੇ ਆਈ ਹੈ ਔਰ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦਾ ਗਠਨ ਕੀਤਾ ਹੈਗਾ ਆ। ਔਰ ਦੂਸਰੀ ਗੱਲ ਇਹ ਕਿ ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਬਣਾਉਣਾ ਪਿਆ? ਇੱਕ ਚੀਜ਼ ਇਹ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ 1920 ਦੇ ਵਿੱਚ ਬਣਿਆ, ਅੱਜ 100 ਸਾਲ ਨਿਕਲ ਗਏ ਉਸ ਗੱਲ ਨੂੰ, ਔਰ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਇਸ ਕਿਸਮ ਦੀ ਸਿਆਸੀ ਤੇ ਧਾਰਮਿਕ ਤਨਜ਼ੀਮ ਆ, ਸਿਆਸੀ ਤੇ ਧਾਰਮਿਕ ਪਾਰਟੀ ਆ, ਤਹਿਰੀਕ ਆ, ਜਿਹੜੀ ਪੰਜਾਬ ਖਿੱਤੇ ਦੀ ਜਿਹੜੀ ਅਸਲ ਜਿਹੜਾ ਉਹਦਾ ਮੂਲ ਆ ਉਹਨੂੰ ਸਮਝ ਸਕਦੀ ਆ, ਜਿਹਨੇ ਉਹਨੂੰ ਸਮਝਿਆ। ਠੀਕ ਹੈ, ਜਦੋਂ ਅਸੀਂ ਅਕਾਲ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦਾ ਸਿਧਾਂਤ ਆ ਜਿਹੜਾ, ਉਹ ਅਕਾਲ ਦੀ ਤਾਬਿਆ ਹੇਠ ਮਨੁੱਖ ਨੂੰ ਵਿਚਰਨ ਦੀ ਜਿਹੜੀ ਉਹਨੂੰ ਕਹਿੰਦਾ ਆ, ਉਹਦੇ ਵਾਸਤੇ ਸੇਧ ਦਿੰਦਾ ਆ। ਔਰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਬਣਦਾ ਆ ਤਾਂ ਉਦੋਂ ਵੀ ਫਿਰ ਅਕਾਲ ਦੀ ਤਾਬਿਆ ਹੇਠ ਅਕਾਲ ਦਾ ਤਖਤ ਜਿਹੜਾ ਉਸਾਰਿਆ ਜਾਂਦਾ ਔਰ ਮਜ਼ਲੂਮ ਦੀ ਰਾਖੀ ਕਰਨ ਦਾ ਸੁਨੇਹਾ ਦਿੱਤਾ ਜਾਂਦਾ ਹੈ। ਔਰ ਉਹ ਜਿਹੜਾ ਸਾਰਾ ਅਕਾਲ ਦਾ ਸੰਕਲਪ ਆ, ਤਾਂ ਹੀ ਅਕਾਲੀ ਦਲ ਦੀ ਗੱਲ ਕਲੀਅਰ ਹੋਣੀ ਹੈ। ਜਿਹੜਾ ਉਹ ਅਕਾਲ ਦਾ ਸੰਕਲਪ ਆ ਸਿੱਖ ਧਰਮ ਦੇ ਵਿੱਚ, ਸਿੱਖ ਸਿਧਾਂਤ ਦੇ ਵਿੱਚ, ਉਹ ਅਕਾਲ ਦੇ ਸੰਕਲਪ ਦੀ ਜਿਹੜੀ ਸਿਆਸੀ ਤੇ ਧਾਰਮਿਕ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਅਕਾਲੀ ਦਲ ਆ। ਤਾਂ ਇਸ ਕਰਕੇ ਸਾਡਾ ਮੰਨਣਾ ਇਹ ਆ ਕਿ ਅਕਾਲੀ ਦਲ ਦਾ ਬਦਲ ਜਿਹੜਾ ਆ, ਹਾਲ ਫਿਲਹਾਲ ਅੱਜ ਦੀ ਡੇਟ ਤੱਕ, ਆਉਣ ਵਾਲੇ ਸਮੇਂ ਬਾਰੇ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਜੇ ਕਿਸੇ ਪੰਜਾਬ ਦੀ ਜਿਹੜੀ ਹੈਗੀ ਆ ਉਹ ਸਿਆਸੀ ਤੇ ਧਾਰਮਿਕ ਔਰ ਉਸ ਤੋਂ ਇਲਾਵਾ ਜਿਹੜੇ ਵੀ ਹੋਰ ਸਰੋਕਾਰ ਨੇ ਉਹਨਾਂ ਦੀ ਅਗਵਾਈ ਹੋਣੀ ਆ, ਤਾਂ ਅਕਾਲੀ ਦਲ ਜਿਹੜੀ ਹੈਗੀ ਜਾਂ ਅਕਾਲ ਦੀ ਤਾਬਿਆ ਹੇਠ ਚੱਲਣ ਵਾਲੀ ਜਿਹੜੀ ਕੋਈ ਤਹਿਰੀਕ ਆ ਉਹਦੇ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਤਾਂ ਇਸ ਕਰਕੇ ਅਕਾਲੀ ਦਾ ਜਿਹੜਾ, ਇੱਕ ਤਾਂ ਅਕਾਲ ਦਾ ਸੰਕਲਪ ਆ ਔਰ ਦੂਸਰਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਸੰਘਰਸ਼ਾਂ ਤੇ ਸ਼ਹਾਦਤਾਂ ਦਾ ਇਤਿਹਾਸ ਆ, ਉਹਦੀ ਵਜ੍ਹਾ ਕਰਕੇ ਅਸੀਂ ਇਹ ਸਮਝਦੇ ਹਾਂ। ਔਰ ਜਿਹੜੀ ਇਸ ਖਿੱਤੇ ਦੀ ਜਿਹੜੀ ਅਸਲ ਇੱਕੋ ਇੱਕ ਖੇਤਰੀ ਪਾਰਟੀ ਆ ਉਹ ਸ਼੍ਰੋਮਣੀ ਅਕਾਲੀ ਦਲ ਆ। ਔਰ ਜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਆ ਉਹ
ਉਹ ਖਤਮ ਹੁੰਦਾ ਤਾਂ ਇਹ ਸਮਝ ਲਓ ਕਿ ਇਸ ਖਿੱਤੇ ਦੀ ਸਿਆਸੀ ਤੇ ਧਾਰਮਿਕ ਰਿਪਰੈਜ਼ੈਂਟੇਸ਼ਨ ਹੈ ਜਿਹੜੀ ਪ੍ਰਤੀਨਿਧਤਾ ਜਿਹੜੀ ਹੈਗੀ ਉਹ ਖਤਮ ਹੁੰਦੀ ਹੈ। ਔਰ ਇਹੀ ਚੀਜ਼ ਜਿਹੜੀ ਭਾਰਤੀ ਹਕੂਮਤ ਜਿਹੜੀ ਆ ਔਰ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਆਪਣੀ ਇੱਕ ਪੋਲੀਟੀਕਲ ਪਾਰਟੀ ਬੀਜੇਪੀ ਦੇ ਰਾਹੀਂ ਰੂਲ ਕਰਦੀ ਹੈ। ਉਹ ਵੱਖ-ਵੱਖ ਪਾਰਟੀਆਂ ਦੇ ਰਾਹੀਂ ਪਿਛਲੇ 75 ਸਾਲਾਂ ਤੋਂ ਰੂਲ ਕਰਦੀ ਹੈ। ਅੱਜ ਉਹ ਬੀਜੇਪੀ ਦੇ ਰਾਹੀਂ ਦੇ ਨਾਂ ਹੇਠ ਰੂਲ ਕਰਦੀ ਹੈ ਭਾਰਤੀ ਹਕੂਮਤ ਜਿਹੜੀ ਆ। ਤਾਂ ਉਹ ਜਿਹੜੀ ਰੂਲ ਕਰਦੀ ਹੈ ਉਹਦਾ ਅੱਜ ਅਸੀਂ ਇਹ ਸਮਝਦੇ ਹਾਂ ਕਿ ਸਭ ਤੋਂ ਪ੍ਰਾਈਮ ਏਜੰਡਾ ਜੇ ਕੋਈ ਹੈਗਾ ਤਾਂ ਉਹ ਅਕਾਲੀ ਦਲ ਨੂੰ ਖਤਮ ਕਰਨਾ ਆ। ਉਹ ਇਹ ਚਾਹੁੰਦੀ ਆ ਕਿ ਪੰਜਾਬ ਦੀ ਜਿਹੜੀ ਧਾਰਮਿਕ ਰਹਿਨੁਮਾਈ, ਪੰਜਾਬ ਦੀ ਸਿਆਸੀ ਰਹਿਨੁਮਾਈ ਕਰਨ ਵਾਲੀ ਜਿਹੜੀ ਖੇਤਰੀ ਪਾਰਟੀ ਹੈ, ਸਿਆਸੀ ਖੇਤਰੀ ਪਾਰਟੀ ਆ, ਉਹ ਅਕਾਲੀ ਦਲ ਉਹ ਖਤਮ ਹੋਣਾ ਚਾਹੀਦਾ। ਉਹ ਵੱਖਰੀ ਉਹ ਇੱਕ ਇਹ ਵੀ ਚੀਜ਼ ਨਾਲ ਹੈਗੀ ਆ ਕਿ 95 ਤੋਂ ਬਾਅਦ ਅਕਾਲੀ ਦਲ ਆਪਣੇ ਮੂਲ ਵਜੂਦ ਤੋਂ ਵੈਸੇ ਵੀ ਬਾਹਰ ਆ ਗਿਆ ਸੀਗਾ। ਜਦੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਈਅੰਸ ਕਰਕੇ ਜਿਹੜਾ ਉਹ ਚੋਣਾਂ ਲੜਨੀਆਂ ਸ਼ੁਰੂ ਕੀਤੀਆਂ ਤਾਂ ਉਦੋਂ ਵੀ ਆਪਣਾ ਜਿਹੜਾ ਉਹਨਾਂ ਦਾ ਅਸਲ ਵਜੂਦ ਆ ਉਦੋਂ ਬਾਹਰ ਆ ਗਿਆ ਸੀਗਾ। ਪਰ ਉਹ ਤੋਂ ਬਾਅਦ ਨਿਕਲਦਾ ਅੱਜ ਆਖਰੀ ਸਾਹਾਂ ਦੇ ਉੱਤੇ ਪਹੁੰਚ ਗਿਆ ਔਰ ਲੋਕਾਂ ਨੂੰ ਇਹ ਸਪਸ਼ਟ ਵੀ ਹੋ ਗਿਆ, ਜੱਗ ਜ਼ਾਹਰ ਹੋ ਗਿਆ ਕਿ ਇਹ ਉਹ ਅਕਾਲੀ ਦਲ ਨਹੀਂ ਹੈ ਜਿਸ ਦੇ ਲਈ ਇਹਨੂੰ ਉਸਾਰਿਆ ਗਿਆ ਸੀ, ਜਿਸ ਦੇ ਲਈ ਇਹਨੂੰ ਬਣਾਇਆ ਗਿਆ ਸੀਗਾ। ਇਹ ਗੱਲ ਲੋਕ ਵੀ ਮਹਿਸੂਸ ਕਰਦੇ ਨੇ, ਜਿਹੜੇ ਪੰਥਕ ਹਿੱਸੇ ਨੇ ਉਹ ਵੀ ਮਹਿਸੂਸ ਕਰਦੇ ਨੇ ਤੇ ਜਮਹੂਰੀ ਹੱਕਾਂ ਦੀ ਰਾਖੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਵਿਚਲੇ ਹਿੱਸੇ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ। ਤਾਂ ਇਸ ਕਰਕੇ ਅੱਜ ਜਦੋਂ ਅਸੀਂ ਇਹ ਮੰਨਦੇ ਹਾਂ ਕਿ ਜਿਸ ਸਿਆਸੀ ਪਾਰਟੀ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਇੱਥੋਂ ਦੇ ਲੋਕਾਂ ਦੀ ਸਿਆਸੀ ਤੇ ਧਾਰਮਿਕ ਰਹਿਨੁਮਾਈ ਕਰਨੀ ਆ, ਅਗਵਾਈ ਕਰਨੀ ਆ, ਜਦੋਂ ਉਹ ਖਤਰੇ ਦੇ ਵਿੱਚ ਆ ਔਰ ਉਹ ਟਾਰਗੇਟ ਦੇ ਉੱਤੇ ਆ, ਹੈ ਨਾ, ਜਿਹੜੀ ਮਤਲਬ ਮੈਂ ਕਹਿ ਰਿਹਾ ਕਿ ਜਦੋਂ ਦਿੱਲੀ ਵੱਲੋਂ ਜਦੋਂ ਕੋਈ ਵੀ ਰਾਜ ਕਰਦੀ ਧਿਰਾ ਜਿਹੜੀ ਉਹ ਪੰਜਾਬ ਵੱਲ ਨੂੰ ਆਉਂਦੀ ਤਾਂ ਉਹਨੂੰ ਅਕਾਲੀ ਦਲ ਟੱਕਰਿਆ ਆ। ਪਰ 95 ਤੋਂ ਬਾਅਦ ਅਕਾਲੀ ਦਲ ਉਹਨਾਂ ਦੇ ਨਾਲ ਰਲ ਗਿਆ। ਤਾਂ ਇਸ ਕਰਕੇ ਉਹ ਵੀ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਮੁੱਕ ਜਾਵੇ ਤੇ ਅਕਾਲੀ ਦਲ ਆਪ ਹੀ ਆਪਣੀਆਂ ਜਿਹੜੀਆਂ ਉਹਨਾਂ ਦੀ ਆਪਣੀ ਜਿਹੜੀ ਜਦੋਂ ਉਹਨਾਂ ਨੇ ਸਿਧਾਂਤਾਂ ਨੂੰ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਪਿੱਠ ਦਿੱਤੀ ਆ, ਜਦੋਂ ਮਨੂ ਦੇ ਸਿਧਾਂਤ ਦੇ ਵਾਰਸਾਂ ਦੇ ਨਾਲ ਜਾ ਕੇ ਖੜ ਗਏ ਤਾਂ ਉਹਨਾਂ ਦਾ ਸਾਫ਼ ਹੋਣਾ, ਉਹਨਾਂ ਦਾ ਮੁੱਕਣਾ ਤੈਅ ਸੀਗਾ। ਔਰ ਅੱਜ ਜਦੋਂ ਖਤਮ ਹੋ ਗਿਆ, ਬਹੁਤ ਸਾਰੇ ਲੋਕ ਜਿਹੜੇ ਨੇ ਬਾਦਲ ਪਰਿਵਾਰ ਨੂੰ ਹੀ ਅਕਾਲੀ ਦਲ ਸਮਝਦੇ ਆ ਤੇ ਅਕਾਲੀ ਦਲ ਬਾਦਲ ਪਰਿਵਾਰ ਦੇ ਖਿਲਾਫ ਜਿਹੜਾ ਉਹਨਾਂ ਦਾ ਗੁੱਸਾ ਆ ਉਹ ਅਕਾਲੀ ਦਲ ਨੂੰ ਮਕਾਉਣ ਦੇ ਵਿੱਚ ਕੱਢੀ ਜਾਂਦੇ ਆ, ਜਦੋਂ ਕਿ ਉਹ ਇਹ ਨਹੀਂ ਸਮਝ ਰਹੇ ਕਿ ਕਿਵੇਂ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਨੇ ਸੁੱਕ ਰਹੀਆਂ ਨੇ ਇਸ ਗੱਲ ਦੇ ਨਾਲ। ਉਹਨਾਂ ਦੀ ਜਿਹੜੀ ਸਿਆਸੀ ਤੇ ਧਾਰਮਿਕ ਰਹਿਨੁਮਾਈ ਕਰਨ ਵਾਲੀ ਜਿਹੜੀ ਪਾਰਟੀ ਆ ਉਹ ਆਪ ਹੀ ਇੱਕ ਪਰਿਵਾਰ ਦੇ ਗੁੱਸੇ ਦੇ ਵਿੱਚੋਂ ਦੀ ਉਹਨੂੰ ਖਤਮ ਕਰ ਰਹੇ ਆ। ਔਰ ਇਹੀ ਭਾਰਤੀ ਜਨਤਾ ਪਾਰਟੀ ਚਾਹੁੰਦੀ ਔਰ ਕੇਂਦਰ ਦੇ ਤਖਤ ਦੇ ਉੱਤੇ, ਦਿੱਲੀ ਦੇ ਤਖਤ ਦੇ ਉੱਤੇ ਬੈਠਣ ਵਾਲੀ ਭਾਵੇਂ ਪਾਰਟੀ ਕੋਈ ਵੀ ਹੋਵੇ, ਜਿਹੜੀ ਉਹ ਧਿਰਾ ਉਹ ਹਮੇਸ਼ਾ ਹੀ ਇਹ ਚਾਹੁੰਦੀ ਹੈ ਕਿ ਪੰਜਾਬ ਦੀ ਜਿਹੜੀ ਰਹਿਨੁਮਾਈ ਕਰਨ ਵਾਲੀ ਜਿਹੜੀ ਕੋਈ ਧਿਰਾ, ਜਿਹੜੀ ਹੁਣ ਤੱਕ ਦੀ ਜਿਹੜੀ ਧਿਰਾ ਜੇ ਕਹਿਣਾ ਹੋਵੇ ਕਿ ਉਹ 1920 ਤੋਂ ਲੈ ਕੇ ਹੁਣ ਤੱਕ ਜਿਹੜੀ ਕੋਈ ਧਿਰ ਡਟ ਕੇ ਖੜੀ ਰਹੀ, ਜੇ ਕਿਸੇ ਦੇ ਹਿੱਸੇ ਦੇ ਵਿੱਚ ਇੰਨਾ ਲੰਮਾ ਸੰਘਰਸ਼ਾਂ ਦੇ ਸ਼ਹਾਦਤਾਂ ਦਾ ਇਤਿਹਾਸ ਆ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਆ। ਅਜੇ ਤੱਕ ਤਾਂ ਕੋਈ ਹੋਰ ਹੈ ਨਹੀਂ। ਤਾਂ ਇਸ ਕਰਕੇ ਸਾਡਾ ਇਹ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਆ। ਬਾਦਲ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦੀ ਅਸੀਂ ਗੱਲ ਨਹੀਂ ਕਰ ਰਹੇ, ਅਸੀਂ ਮੁੜ ਸੁਰਜੀਤ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਜੋ ਸਾਡਾ ਸਿਧਾਂਤ, ਸਾਡੇ ਖਿੱਤੇ ਦੀ ਜਿਹੜੀ ਉਹਦੀ ਆਪਣੀ ਮੂਲ ਪਛਾਣ ਆ, ਜਿਹੜੀ ਉਹਦੀ ਹੋਂਦ ਆ, ਉਹ ਬਰਕਰਾਰ ਰਹਿ ਸਕਦੀ ਹੋਵੇ। ਅਸੀਂ ਆਪਣੇ ਸਿਆਸੀ, ਧਾਰਮਿਕ, ਆਰਥਿਕ, ਜਿਹੜੇ ਪ੍ਰਸ਼ਾਸਨਿਕ, ਕੌਮੀ, ਭਾਸ਼ਾਈ ਸਰੋਕਾਰ ਜਿਹੜੇ ਹੈਗੇ ਨੇ ਉਹਨਾਂ ਨੂੰ ਸੁਰੱਖਿਅਤ ਰੱਖ ਸਕਦੇ ਹੋਈਏ। ਇਸ ਗੱਲ ਦੇ ਲਈ ਸਾਨੂੰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਆ ਉਹਨੂੰ ਮੁੜ ਸੁਰਜੀਤ ਕਰਨ ਦੀ ਲੋੜ ਆ। ਔਰ ਉਹਦੀ ਮੁੜ ਸੁਰਜੀਤੀ ਵਜੋਂ ਅੱਜ ਅਸੀਂ ਇੱਥੇ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦਾ ਗਠਨ ਕੀਤਾ ਤੇ ਜਿਹੜਾ ਸਾਡੀ ਇੱਕ ਬੜਾ ਕਲੀਅਰ ਕੱਟ ਪੋਲੀਟੀਕਲ ਵਿਜ਼ਨ ਪੰਜਾਬ ਦੇ ਮਸਲਿਆਂ ਦੇ ਉੱਤੇ, ਇੱਥੋਂ ਦੇ ਮਤਲਬ ਕਿ ਇੱਥੋਂ ਦੇ ਧਾਰਮਿਕ ਮਸਲਿਆਂ ਦੇ ਉੱਤੇ, ਇੱਥੋਂ ਦੇ ਧਾਰਮਿਕ ਸੰਸਥਾਵਾਂ ਦੇ ਉੱਤੇ, ਉਹ ਪੋਲੀਟੀਕਲ ਵਿਜ਼ਨ, ਥਾਟ ਔਰ ਪੋਲੀਟੀਕਲ ਪ੍ਰੋਗਰਾਮ ਅਸੀਂ ਆਪਣੇ ਇੱਥੇ ਅੱਜ ਪ੍ਰੈਸ ਦੇ ਸਾਹਮਣੇ ਦੇ ਰੂਬਰੂ ਦਿੱਤਾ ਆ ਔਰ ਇਸ ਦੇ ਤਹਿਤ ਅਸੀਂ ਅੱਗੇ ਜਿਹੜਾ ਹੈਗਾ ਉਹ ਕਾਰਜ ਕਰਾਂਗੇ। ਤੁਸੀਂ ਜਿਸ ਤਰ੍ਹਾਂ ਕਿਹਾ ਕਿ ਇੱਕ ਜਿਹੜੀ ਸਿਆਸੀ ਪਾਰਟੀ ਬਣਾਈ ਗਈ ਹੈ, ਪੋਲੀਟੀਕਲ ਪਾਰਟੀ ਬਣਾਈ ਗਈ ਹੈ, ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਅਸਲ ਦੇ ਵਿੱਚ ਜਿਹੜੇ ਬੇਸ ਆ ਸ਼੍ਰੋਮਣੀ ਅਕਾਲੀ ਦਲ, ਤੁਸੀਂ ਇਹ ਵੀ ਕਲੀਅਰ ਕਰਤਾ ਕਿ ਬਾਦਲ ਨਾਲ ਕੋਈ ਇਹਦਾ ਸੰਬੰਧ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਤੁਸੀਂ ਕਿਹਾ ਕਿ ਸਿਆਸੀ ਪਾਰਟੀ ਬਣਾਈ ਆ, ਸੋ ਇੱਥੋਂ ਚੋਣਾਂ ਦੀ ਗੱਲ ਆਪਾਂ ਕਰੀਏ ਕਿ ਚੋਣਾਂ ਵੀ ਲੜੂ ਫਿਰ ਇਹ ਪਾਰਟੀ, ਕਿਉਂਕਿ ਸਿਆਸੀ ਪਾਰਟੀ ਕਿਹਾ ਤੁਸੀਂ। ਸਾਡਾ ਮੰਨਣਾ ਇਹ ਹੈ ਕਿ ਪੰਜਾਬ ਜਿਹੜਾ ਆ, ਪੰਜਾਬ ਨਹੀਂ ਇਸ ਮੁਲਕ ਦੇ ਜਿੰਨੇ ਵੀ ਖਿੱਤੇ ਨੇ, ਸੂਬੇ ਆ ਜਿਹੜੇ, ਇਹ 600 ਰਿਆਸਤਾਂ ਨੂੰ ਖਤਮ ਕਰਕੇ ਯੂਨੀਅਨ ਆਫ ਇੰਡੀਆ ਬਣਿਆ ਸੀਗਾ। ਉਹਨਾਂ ਖਿੱਤਿਆਂ ਨੂੰ ਉਹਨਾਂ ਦੇ ਉਹ ਅਧਿਕਾਰ ਮਿਲ ਹੀ ਨਹੀਂ ਸਕੇ ਜਿਹਦੇ ਆਧਾਰ ਦੇ ਉੱਤੇ ਉਹ ਖਿੱਤਾ ਜਾਂ ਉਹ ਸੂਬਾ ਇੱਕ ਰਾਜ ਵਰਗੀ ਹੈਸੀਅਤ ਦੇ ਵਿੱਚ ਹੋਵੇ। ਉਹਨਾਂ ਦੇ ਰਾਜਸੀ ਤੇ ਪ੍ਰਸ਼ਾਸਨਿਕ ਅਧਿਕਾਰ ਉਹਨਾਂ ਕੋਲ ਨਹੀਂ ਹੈਗੇ। ਇਸੇ ਕਰਕੇ ਇਸ ਮੁਲਕ ਦਾ ਕ੍ਰਾਈਸਿਸ ਆ। ਔਰ ਕਿਸੇ ਵੀ ਦੇਸ਼ ਦੇ ਵਿੱਚ ਜਿਹੜਾ ਫੈਡਰਲਿਜ਼ਮ ਹੁੰਦਾ, ਫੈਡਰਲਿਜ਼ਮ ਇਜ਼ ਦਾ ਬੈਕਬੋਨ ਆਫ ਡੈਮੋਕ੍ਰੇਸੀ, ਉਹਦੀ ਰੀੜ ਹੁੰਦੀ ਆ। ਜਿੱਥੇ ਰੀੜ ਉਹ ਫੈਡਰਲਿਜ਼ਮ ਨਹੀਂ ਹੈਗਾ ਉੱਥੇ ਤਾਕਤਾਂ ਇੱਕ ਥਾਂ ਤੇ ਇਕੱਠੀਆਂ ਹੋਣਗੀਆਂ, ਕੇਂਦਰ ਕੋਲ ਇਕੱਠੀਆਂ ਹੋਣਗੀਆਂ। ਸੂਬੇ ਜਿਹੜੇ ਨੇ ਉਹ ਕੇਂਦਰ ਦੇ ਰਹਿਮੋ ਕਰਮ ਦੇ ਉੱਤੇ ਨਿਰਭਰ ਕਰਨਗੇ, ਤਰਸ ਦੇ ਪਾਤਰ ਹੋਣਗੇ। ਔਰ ਇਦਾਂ ਹੀ ਇਸ ਮੁਲਕ ਦੇ ਵਿੱਚ 75 ਸਾਲਾਂ ਦੇ ਵਿੱਚ ਹੋਇਆ। ਜੇ ਕੇਂਦਰ ਦੇ ਨਾਲ ਰਲ ਕੇ ਕਿਸੇ ਸੂਬੇ ਦੇ ਵਿੱਚ ਸਰਕਾਰ ਬਣੀ ਆ, ਹਾਲਾਂਕਿ ਦਿੰਦੇ ਉਸ ਸੂਬੇ ਨੂੰ ਵੀ ਉਹਨਾਂ ਕੁਝ ਨਹੀਂ ਜਿਹੜਾ ਉਹਨਾਂ ਦਾ ਬਣਦਾ ਰਾਈਟ ਹੈ, ਪਰ ਜਿੱਥੇ ਨਹੀਂ ਬਣਦੀ ਉਹਨਾਂ ਨੂੰ ਤਾਂ ਉਹਨਾਂ ਨੇ ਕਦੇ ਵੀ, ਉਹਨਾਂ ਨੂੰ ਤਾਂ ਦੇਣਾ ਹੀ ਕੱਖ ਨਹੀਂ ਨਾ ਹੁੰਦਾ, ਉਹਦੇ ਤਾਂ ਸਗੋਂ ਉਲਟਾ ਨੁਕਸਾਨ ਕਰਨਾ ਹੁੰਦਾ। ਔਰ ਪੰਜਾਬ ਜਿਹੜਾ ਹੈਗਾ ਬਤੌਰ ਖਿੱਤਾ ਇੱਕ ਇੱਦਾਂ ਦਾ ਖਿੱਤਾ ਆ, ਇਹ ਹਿਸਟਰੀ ਆ ਇੱਥੋਂ ਦੀ ਕਿ 47 ਤੋਂ ਲੈ ਕੇ ਹੁਣ ਤੱਕ ਟਿਲ ਆਹ ਗਵਰਨਮੈਂਟ ਵੀ
ਕੋਈ ਵੀ ਗਵਰਨਮੈਂਟ ਕੇਂਦਰ ਦੇ ਨਾਲ ਰਲ ਕੇ ਨਹੀਂ ਬਣੀ। ਉੱਥੇ ਹੁਣ ਬੀਜੇਪੀ ਦੀ ਗਵਰਨਮੈਂਟ, ਇੱਥੇ ਕਾਂਗਰਸ ਦੀ, ਸਾਰੀਆਂ ਤੁਸੀਂ ਸੂਬਾ ਸਰਕਾਰਾਂ ਕੱਢ ਲਓ ਹਿਸਟਰੀ, ਤੇ ਤੁਹਾਨੂੰ ਇੱਕ ਵੀ ਗਵਰਨਮੈਂਟ ਕੇਂਦਰ ਦੇ ਨਾਲ ਰਲ ਕੇ ਹੋਈ ਨਹੀਂ ਮਿਲੂਗੀ। ਤੇ ਪੰਜਾਬ ਦੇ ਨਾਲ ਨਿਆਂ ਕਿੱਦਣ ਹੋਣਾ ਸੀਗਾ? ਮੈਂ ਤਾਂ ਇਹ ਗੱਲ ਕਹਿ ਰਿਹਾ, ਇਕੱਲੇ ਪੰਜਾਬ ਦੇ ਨਾਲ ਨਿਆਂ ਦਾ ਸਵਾਲ ਨਹੀਂ ਆ, ਸਵਾਲ ਇਸ ਮੁਲਕ ਦੇ ਵੱਖ-ਵੱਖ ਖਿੱਤਿਆਂ ਨਾਲ ਤੇ ਉੱਥੋਂ ਦੇ ਸੂਬਿਆਂ ਦੇ ਨਾਲ ਨਿਆਂ, ਉਹਨਾਂ ਨਾਲ ਵੀ ਨਿਆਂ ਹੀ ਆ। ਪਰ ਪੰਜਾਬ ਜਿਹੜਾ ਹੈਗਾ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਮਤਲਬ ਜਿਹੜੇ ਹੈਗੇ ਨੇ, ਉਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦਾ ਖਿੱਤਾ ਆ, ਗੁਰੂ ਨਾਨਕ ਸਾਹਿਬ ਜਿਹੜਾ ਹੈ, ਗੁਰੂ ਨਾਨਕ ਸਾਹਿਬ ਦੀ ਕਰਮ ਭੂਮੀ ਵਾਲਾ ਖਿੱਤਾ ਆ, ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਆ ਅੰਦੋਲਨ ਤੱਕ ਦੀ ਜਿਹੜੀ ਸਾਡੀ ਇਨਸਾਫ ਪਸੰਦੀ ਦੀ ਜਿਹੜੀ ਸਾਡੀ ਲੜਾਈ ਆ, ਜਿਹੜੀ ਇਨਸਾਫ ਪਸੰਦੀ ਦੀ ਸਾਡੀ ਤਹਿਰੀਕ ਆ, ਜ਼ੁਲਮ ਦੇ ਖਿਲਾਫ ਡਟਣ ਦੀ ਜਿਹੜੀ ਸਾਡਾ ਸਿਧਾਂਤ ਤੇ ਤਹਿਰੀਕ ਆ, ਔਰ ਜਿਹੜੀ ਸਾਡੀ ਮਜ਼ਲੂਮ ਦੀ ਧਿਰ ਬਣ ਕੇ ਖੜਨ ਦੀ ਸਾਡਾ ਸਿਧਾਂਤ ਆ, ਉਹਦੇ ਤੇ ਪਹਿਰਾ ਦਿੰਦਿਆਂ ਸੀ ਆ ਅੰਦੋਲਨ ਤੱਕ ਵੀ ਫਤਿਹ ਕਰਕੇ ਜਿਹੜਾ ਹੈਗਾ, ਤੇ ਉਹ ਅੰਦੋਲਨ ਲੜ ਕੇ ਤੇ ਫਤਿਹ ਕਰਕੇ ਆਏ ਆ। ਤਾਂ ਇਸ ਕਰਕੇ ਅਸੀਂ ਇਹ ਮੰਨਦੇ ਹਾਂ ਕਿ ਜਦੋਂ ਇਹ ਜਿਹੜੀ ਤੁਸੀਂ ਚੋਣਾਂ ਵਾਲਾ ਮੈਨੂੰ ਸਵਾਲ ਪੁੱਛਿਆ ਆ, ਜਦੋਂ ਜਿਹੜਾ ਵਿਧਾਨਕ ਢਾਂਚਾ ਆ, ਜਿਹੜੀ ਪੰਜਾਬ ਅਸੈਂਬਲੀ ਅਸੀਂ ਜਿਹਨੂੰ ਕਹਿੰਦੇ ਆ, ਜਿਸ ਵਿਧਾਨਕ ਢਾਂਚੇ ਦੇ ਅੰਤਰਗਤ ਆ ਕੇ ਤੁਸੀਂ ਚੋਣਾਂ ਲੜਨੀਆਂ ਤੇ ਮੰਨ ਲਓ ਜਿੱਤਣੀਆਂ, ਜਿੱਤ ਕੇ ਜਦੋਂ ਤੁਸੀਂ ਉਸ ਵਿਧਾਨ ਸਭਾ ਦੇ ਵਿੱਚ ਬੈਠਣਾ ਜਾ ਕੇ, ਜਿਹੜੀ ਪਾਰਟੀ ਨੇ ਸਰਕਾਰ ਬਣਾਉਣੀ ਆ, ਉਹਦੇ ਕੋਲ ਉਹ ਤਾਕਤਾਂ ਹੀ ਹੈ ਨਹੀਂ, ਜਦੋਂ ਉਹ ਰਾਜਸੀ ਤੇ ਪ੍ਰਸ਼ਾਸਨਿਕ ਤਾਕਤਾਂ ਹੀ ਹੈ ਨਹੀਂ ਜਿਹਦੇ ਆਧਾਰ ਦੇ ਉੱਤੇ ਉਹਨੇ ਰਾਜ ਕਰਨਾ, ਆਪਣੇ ਲੋਕਾਂ ਦਾ ਭਲਾ ਕਰਨਾ, ਉਹਨਾਂ ਦਾ ਕਲਿਆਣ ਕਰਨਾ, ਤਾਂ ਫਿਰ ਉਹ ਸਰਕਾਰ ਬਣਾ ਕੇ ਤੇ ਸਰਕਾਰ ਬਣਾ ਕੇ ਰਾਜ ਕਰੂ ਕਿੱਦਾਂ? ਤੇ ਰਾਜ ਤੱਕ ਹੁਣ ਤੱਕ ਅਸੀਂ ਮੰਨਦੇ ਹਾਂ ਕਿ ਪਿਛਲੇ 75 ਸਾਲਾਂ ਤੋਂ ਇੱਥੇ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਬਣੀ ਹੋਵੇ, ਰਾਜ ਇੱਥੇ ਕੇਂਦਰ ਨਹੀਂ ਕੀਤਾ, ਕਿਉਂਕਿ ਤਾਕਤਾਂ ਉਹਦੇ ਕੋਲ ਨੇ। ਰਾਜ ਤਾਕਤਾਂ ਦੇ ਤਖਤ ਨਾਲ ਹੁੰਦਾ ਆ, ਤੇ ਤਾਕਤਾਂ ਦੇ ਤਖਤ ਕੇਂਦਰ ਕੋਲ ਨੇ। ਉਹ ਤਾਕਤਾਂ ਦੇ ਤਖਤ ਕਿਸੇ ਵੀ ਸੂਬੇ ਕੋਲ ਨਹੀਂ ਹੈਗੇ, ਤੇ ਪੰਜਾਬ ਕੋਲ ਤਾਂ ਬਿਲਕੁਲ ਹੀ ਹੈ ਨਹੀਂ, ਕਿਉਂਕਿ ਉਹਨੇ ਕਦੇ ਰਲ ਕੇ ਉਹਨਾਂ ਨਾਲ ਸਰਕਾਰ ਬਣਾਈ ਨਹੀਂ, ਨਾ ਸ਼ਾਇਦ ਅੱਗੇ ਕਦੇ ਬਣਾਊਗਾ। ਤਾਂ ਇਸ ਕਰਕੇ ਸਾਡਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ, ਅਸੀਂ ਚੋਣਾਂ ਨਹੀਂ ਲੜਨੀਆਂ, ਇੱਕ ਗੱਲ ਸਾਫ਼ ਆ। ਪਰ ਸਵਾਲ ਇਹ ਆ ਵੀ ਇਲੈਕਸ਼ਨ ਦੇ ਵਿੱਚ ਇੱਕ ਸਵਾਲ ਹੈ ਪਾਰਟਿਸਿਪੇਟ ਕਰਨਾ ਕਿ ਨਹੀਂ ਕਰਨਾ। ਸਾਡੀ ਪਾਰਟੀ ਪਾਰਟਿਸਿਪੇਟ ਕਰੂਗੀ, ਪਰ ਉਮੀਦਵਾਰ ਖੜੇ ਨਹੀਂ ਕਰੂਗੀ। ਪਾਰਟਿਸਿਪੇਸ਼ਨ ਅਸੀਂ ਲੋਕਾਂ ਨੂੰ, ਆਹੀ ਗੱਲ ਜਿਹੜੀ ਮੈਂ ਤੁਹਾਡੇ ਚੈਨਲ ਦੇ ਉੱਤੇ ਕਹਿ ਰਿਹਾ, ਇਹੀ ਗੱਲ ਅਸੀਂ ਲੋਕਾਂ ਨੂੰ ਜਾ ਕੇ ਸਮਝਾਉਣੀ ਆ ਕਿ ਜਿਨ੍ਹਾਂ ਨੂੰ ਇੰਨੇ ਸਾਲਾਂ ਤੋਂ ਵੋਟਾਂ ਪਾਉਂਦੇ ਆ ਰਹੇ ਹੋ ਤੇ ਹੁਣ ਫੇਰ ਪਾਉਂਗੇ, ਉਹਨਾਂ ਨੂੰ ਵੋਟਾਂ ਪਾਉਣ ਤੋਂ ਬਾਅਦ, ਉਹਨਾਂ ਨੂੰ ਜਿਤਾਉਣ ਤੋਂ ਬਾਅਦ ਵੀ ਤੁਹਾਡੇ ਮਸਲੇ ਜਿਹੜੇ ਹੈਗੇ ਆ ਉਹ ਹੱਲ ਨਹੀਂ ਹੋਣੇ। ਜਿਹੜੀ ਸਾਡੀ ਲੜਾਈ ਆ ਉਹ ਸੂਬੇ ਦੀ ਖੁਦਮੁਖਤਿਆਰੀ, ਸੂਬੇ ਦੀਆਂ ਬਣਦੇ ਅਧਿਕਾਰ ਜਿਹੜੇ ਨੇ, ਅਸੀਂ ਪੰਜਾਬ ਇਕੱਲੇ ਦੀ ਗੱਲ ਨਹੀਂ ਕਰਦੇ। ਜੇ ਇਸ ਦੇਸ਼ ਦੇ ਸੰਵਿਧਾਨ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਇਹ ਇੱਕ ਫੈਡਰਲ ਰਾਜ ਹੈਗਾ, ਤਾਂ ਫੈਡਰਲ ਰਾਜ ਨੂੰ ਫਿਰ ਫਰਜ਼ੀ ਤੌਰ ਤੇ ਸਿਰਫ ਨਾ ਕਹੋ, ਜ਼ੁਬਾਨੀ ਤੌਰ ਤੇ ਨਾ ਕਹੋ, ਲਫ਼ਜ਼ੀ ਤੌਰ ਤੇ ਨਾ ਕਹੋ, ਉਹਨੂੰ ਫੈਡਰਲ ਰਾਜ ਬਣਾਓ। ਸੂਬਿਆਂ ਦੇ ਬਣਦੇ ਅਧਿਕਾਰ ਸਾਰੇ ਸੂਬਿਆਂ ਨੂੰ ਮਿਲਣ, ਪੰਜਾਬ ਨੂੰ ਵੀ ਮਿਲਣ, ਔਰ ਅਸੀਂ ਲੋਕਾਂ ਨੂੰ ਇਹ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ। ਸਾਡੇ ਮਸਲੇ ਹੱਲ ਹੀ ਤਾਂ ਹੀ ਨਹੀਂ ਹੋਏ, ਠੀਕ ਹੈ ਨਾ। ਸਾਡੇ ਤਮਾਮ ਮਸਲੇ ਜਿਹੜੇ ਹੈਗੇ ਆ, ਜੇ ਲੋਕਾਂ ਦੇ ਉਹ ਮਸਲੇ ਜਿਹੜੇ ਜਿਨ੍ਹਾਂ ਨਾਲ ਲੋਕਾਂ ਦਾ ਰੋਜ਼ ਵਾਹ ਪੈਂਦਾ, ਐਜੂਕੇਸ਼ਨ ਦਾ ਮਸਲਾ, ਹੈਲਥ ਦਾ ਮਸਲਾ ਆ, ਜਾਂ ਸੜਕੀ ਪ੍ਰਬੰਧ ਆ, ਜਾਂ ਜਲ ਸੇਵਾ ਦਾ ਪ੍ਰਬੰਧ ਆ, ਬਿਜਲੀ ਦਾ ਪ੍ਰਬੰਧ ਆ, ਅਸੀਂ ਤਾਂ ਇਹਨਾਂ ਮਸਲੇ, ਦੇਖੋ ਇਹ ਛੋਟੇ ਮਸਲੇ ਹੁੰਦੇ ਆ ਕਿਸੇ ਵੀ ਸਟੇਟ ਦੇ, ਅਸੀਂ ਤਾਂ ਇਹਨਾਂ ਗੱਲਾਂ ਨੂੰ, ਇਹਨਾਂ ਸੁਵਿਧਾਵਾਂ ਨੂੰ, ਇਹਨਾਂ ਹੱਕਾਂ ਦੀ ਪ੍ਰਾਪਤੀ ਵਾਸਤੇ ਵੀ ਜੂਝ ਰਹੇ ਹਾਂ ਇਸ ਸਟੇਟ ਦੇ ਨਾਲ। ਉਹ ਜੂਝ ਅਸੀਂ ਇਸੇ ਕਰਕੇ ਰਹੇ ਹਾਂ ਕਿਉਂਕਿ ਸੂਬੇ ਕੋਲ ਉਹ ਤਾਕਤਾਂ ਹੀ ਨਹੀਂ ਹੈਗੀਆਂ, ਉਹਨਾਂ ਕੋਲੇ ਉਹਨਾਂ ਖੇਤਰਾਂ ਨੂੰ, ਉਹਨਾਂ ਸੇਵਾਵਾਂ ਦੇ ਖੇਤਰਾਂ ਨੂੰ ਵਧੀਆ ਬਣਾਉਣ ਵਾਸਤੇ ਆਰਥਿਕ ਅਸਾਸੇ ਹੈ ਹੀ ਨਹੀਂਗੇ, ਉਹ ਕੇਂਦਰ ਦੇ ਕੋਲ ਹੈ। ਇਸੇ ਕਰਕੇ ਇਹ ਮਸਲੇ ਖੜੇ ਆ। ਔਰ ਅਸੀਂ ਇਹ ਲੋਕਾਂ ਨੂੰ ਇਹੀ ਲੋਕਾਂ ਤੱਕ ਗੱਲ ਲੈ ਕੇ ਜਾਣੀ ਆ ਕਿ ਜੇ ਚੋਣਾਂ ਜਿਹੜੇ ਵੀ ਚੋਣਾਂ ਲੜ ਰਹੇ ਆ, ਜਾਂ ਅਸੀਂ ਲੜ ਲਈਏ, ਜਿਹੜਾ ਵੀ ਵਿਅਕਤੀ, ਜਿਹੜੀ ਵੀ ਪੋਲੀਟੀਕਲ ਪਾਰਟੀ, ਜਿਹੜਾ ਵੀ ਕੈਂਡੀਡੇਟ ਅੱਜ ਇਹ ਗੱਲ ਕਹਿੰਦਾ ਆ ਕਿ ਜੇ ਤੁਸੀਂ ਮੈਨੂੰ ਜਿਤਾ ਦਿਓਗੇ ਜਾਂ ਮੇਰੀ ਪਾਰਟੀ ਨੂੰ ਇਲੈਕਸ਼ਨਾਂ ਜਿਤਾ ਦਿਓਗੇ, ਸਾਡੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਤੁਹਾਡਾ ਕਲਿਆਣ ਕਰ ਦਿਆਂਗੇ, ਉਹ ਝੂਠ ਬੋਲਦਾ ਆ। ਉਹ ਕਰ ਹੀ ਨਹੀਂ ਸਕਦਾ, ਕਿਉਂਕਿ ਇਸ ਦੇਸ਼ ਦੇ ਕੋਲ ਉਹ ਰਾਜਸੀ ਤੇ ਪ੍ਰਸ਼ਾਸਨਿਕ ਤਾਕਤਾਂ ਹੈ ਹੀ ਨਹੀਂ ਗੀਆਂ ਜਿਨ੍ਹਾਂ ਦੇ ਆਧਾਰ ਦੇ ਉੱਤੇ ਕਿਸੇ ਵੀ ਸੂਬੇ ਦਾ, ਕਿਸੇ ਵੀ ਖਿੱਤੇ ਦਾ ਵਿਕਾਸ ਹੋਣਾ ਹੁੰਦਾ ਆ। ਸੂਬੇ ਦੇ ਅਧਿਕਾਰਾਂ ਦੀ ਆਪਾਂ ਗੱਲ ਕੀਤੀ ਆ, ਕਿਉਂਕਿ ਇਹ ਤਾਂ ਗੱਲ ਕਲੀਅਰ ਕੱਟ ਤੁਸੀਂ ਕਰ ਦਿੱਤੀ ਹੈ ਕਿ ਸੂਬਿਆਂ ਦੇ ਕੋਲ ਅਧਿਕਾਰ ਹੈ ਨਹੀਂ, ਸੈਂਟਰ ਦੇ ਵਿੱਚੋਂ ਜਿਹੜਾ ਸਾਰਾ ਇਹ ਪ੍ਰੋਪੋਗੈਂਡਾ ਨੂੰ ਚਲਾਇਆ ਜਾਂਦਾ। ਪਰ ਫਿਰ ਸੂਬਿਆਂ ਦੇ ਅਧਿਕਾਰ ਮਿਲਣਗੇ ਕਿਵੇਂ ਸੂਬਿਆਂ ਨੂੰ? ਉਹਦੇ ਵਾਸਤੇ ਕੀ ਰੂਪ ਰੇਖਾ ਤੁਹਾਡੀ? ਅਸੀਂ ਇਹਦੇ ਲਈ ਲੜਾਂਗੇ, ਅਸੀਂ ਫਾਈਟ ਕਰਨਾ ਇਹਦੇ ਲਈ। ਅਸੀਂ ਜਿਹੜੀ ਪਾਰਟੀ ਬਣਾਈ ਹੈ ਨਾ, ਉਹ ਲੋਕਾਂ ਦੇ ਜਿਹੜੇ ਉਹਨਾਂ ਦੇ ਸਿਆਸੀ, ਧਾਰਮਿਕ, ਆਰਥਿਕ, ਸਮਾਜਿਕ, ਕੌਮੀ, ਭਾਸ਼ਾਈ ਸਾਰੇ ਜਿਹੜੇ ਮਸਲੇ ਆ, ਉਹਨਾਂ ਦੇ ਉੱਤੇ ਇੱਕ ਪੋਲੀਟੀਕਲ ਫਾਈਟ, ਇੱਕ ਜਥੇਬੰਦਕ ਰਾਜਨੀਤਿਕ ਲੜਾਈ ਜਿਹੜੀ ਹੈਗੀ ਆ, ਲੋਕਾਂ ਨੂੰ ਜਥੇਬੰਦ ਕਰਕੇ ਲੋਕਾਂ ਤੱਕ ਪਹਿਲਾਂ ਤਾਂ ਇਹ ਗੱਲਾਂ ਲੈ ਕੇ ਜਾਣ ਦਾ ਸਵਾਲ ਆ। ਇਹਨਾਂ ਗੱਲਾਂ ਹੋਈਆਂ ਨੂੰ ਵੀ ਬਹੁਤ ਦਹਾਕੇ ਬੀਤ ਗਏ ਆ, ਇਹ ਗੱਲਾਂ ਹੀ ਸਾਡੀ ਫਿਜ਼ਾ 'ਚੋਂ ਖਤਮ ਹੋ ਗਈਆਂ। ਸਭ ਤੋਂ ਪਹਿਲਾਂ ਤਾਂ ਇਹ ਗੱਲਾਂ ਹੀ ਲੋਕਾਂ ਦੇ ਵਿੱਚ ਲੈ ਕੇ ਜਾਣ ਦਾ ਸਵਾਲ ਆ, ਉਹਨਾਂ ਨੂੰ ਇਸ ਗੱਲ ਦੇ ਉੱਤੇ ਸਮਝਾਉਣ ਦਾ, ਚੇਤੰਨ ਕਰਨ ਦਾ ਸਵਾਲ ਆ ਵੀ ਆਹ ਆ ਅਸਲ 'ਚ ਸਾਡੀ ਲੜਾਈ। ਉਹਨਾਂ ਨੂੰ ਲੜਾਈ ਰਿਕੋਗਨਾਈਜ਼ ਹੋਵੇ, ਉਸ ਤੋਂ ਬਾਅਦ ਲੋਕ ਜਥੇਬੰਦ ਹੋਣ, ਤੇ ਉਸ ਤੋਂ ਬਾਅਦ ਅਸੀਂ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਜਿਹੜਾ ਇਹ ਫੈਡਰਲਿਜ਼ਮ ਦੀ ਬਹਾਲੀ ਇਸ ਦੇਸ਼ ਦੇ ਵਿੱਚ ਕਰਾਉਣ ਦੇ ਲਈ ਪੰਜਾਬ ਜਿਹੜਾ ਉਹ ਆਵਾਜ਼ ਬੁਲੰਦ ਕਰੇਗਾ, ਔਰ ਦੂਜੇ ਸਾਰੇ ਸੂਬਿਆਂ ਨੂੰ ਅਪੀਲ ਕਰੇਗਾ ਕਿ ਉਹਨਾਂ ਸੂਬਿਆਂ ਦੇ ਜਿਹੜੇ ਬਣਦੇ ਅਧਿਕਾਰ ਨੇ, ਆਓ
ਰਲ ਕੇ ਇਕੱਠੇ ਹੋ ਕੇ ਲੜੀਏ ਔਰ ਕੇਂਦਰ ਦੇ ਉੱਤੋਂ ਕੋਲੋਂ ਆਪਣੇ ਬਣਦੇ ਅਧਿਕਾਰ ਲਈਏ। ਇਹ ਲੜਾਈ ਸਾਡੀ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਲੜਨ ਦੀ ਤਿਆਰੀ ਕਰ ਰਹੀ ਹੈ। ਤੇ ਇੱਥੇ ਜੇ ਗੱਲ ਕਰੀਏ ਲੋਕਾਂ ਨੂੰ ਜਾਗਰੂਕ ਕਰਨਾ ਇੱਕ ਬਹੁਤ ਵੱਡਾ ਇੱਕ ਆਪਾਂ ਕਹਿ ਦਈਏ ਕਿ ਇੱਕ ਵੱਡੀ ਚੀਜ਼ ਬਣ ਕੇ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਉਹ ਚੀਜ਼ ਕਰਾਂ, ਕਿਉਂਕਿ ਚੋਣਾਂ ਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ। ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਦੋਂ ਬੇਸ਼ੱਕ ਲੋਕਾਂ ਦੇ ਦਿਲਾਂ 'ਚ ਇਹ ਗੱਲ ਆਈ ਸੀ ਕਿ ਹੋ ਸਕਦਾ ਹੁਣ ਜਿਹੜੀਆਂ ਰਵਾਇਤੀ ਪਾਰਟੀਆਂ ਪੰਜਾਬ ਦੇ ਵਿੱਚ ਰਾਜ ਕਰ ਰਹੀਆਂ ਨੇ ਉਹਨਾਂ ਦਾ ਖਹਿੜਾ ਲੋਕਾਂ ਨੇ ਛੱਡ ਦੇਣਾ, ਪਰ ਹਲੇ ਵੀ ਕਿਤੇ ਨਾ ਕਿਤੇ ਲੱਗ ਰਿਹਾ ਗਾਏ ਬਗਾਏ ਕਿ ਲੋਕ ਉਹਨਾਂ ਦੇ ਨਾਲ ਹੀ ਜੁੜੇ ਹੋਏ ਨੇ ਰਵਾਇਤੀ ਪਾਰਟੀਆਂ ਦੇ। ਤੇ ਤੁਸੀਂ ਲੋਕਾਂ ਤੱਕ ਇਹ ਗੱਲ ਦੀ ਪਹੁੰਚ ਕਿਵੇਂ ਕਰਾਓਗੇ, ਲੋਕਾਂ ਨੂੰ ਜਾਗਰੂਕ ਕਿਸ ਤਰ੍ਹਾਂ ਕਰੋਗੇ? ਸਮਾਂ ਬਹੁਤ ਘੱਟ ਰਹਿ ਚੁੱਕਿਆ। ਦੇਖੋ ਇਹ ਤਾਂ ਨਹੀਂ ਹੈਗਾ ਸਾਡਾ ਕੋਈ ਵੀ ਅਸੀਂ ਜਿਹੜਾ ਆ 2022 ਦੀਆਂ ਜਿਹੜੀਆਂ ਇਲੈਕਸ਼ਨਾਂ ਨੇ ਵੀ ਇੱਥੋਂ ਤੱਕ ਵੀ ਉਦੋਂ ਤੱਕ ਹੀ ਸਾਡੀ ਲੜਾਈ ਹੈ ਨਾ। ਠੀਕ ਆ, ਇਹ ਗੱਲ ਹੁੰਦੀ ਜ਼ਰੂਰ ਆ, ਇਹਦੇ 'ਚ ਕੋਈ ਗੱਲ ਨਹੀਂ ਵੀ ਜਿੰਨਾ ਪ੍ਰਚਾਰ ਤੁਸੀਂ ਮਤਲਬ ਕਿ ਸਾਲਾਂ 'ਚ ਕਰਦੇ ਹੋ, ਜਦੋਂ ਇਲੈਕਸ਼ਨਾਂ ਆਉਂਦੀਆਂ ਉਹ ਮਹੀਨਿਆਂ 'ਚ ਹੁੰਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਔਰ ਜਿਹੜਾ ਜਦੋਂ ਉਹਨਾਂ ਦਿਨਾਂ ਦੇ ਵਿੱਚ ਲੋਕਾਂ ਨੇ ਉਹਨਾਂ ਰੈਲੀਆਂ ਦਾ ਹਿੱਸਾ ਬਣਨਾ, ਉਹਨਾਂ ਮੀਟਿੰਗਾਂ ਦਾ ਹਿੱਸਾ ਬਣਨਾ, ਉਹਨਾਂ ਕਾਨਫਰੰਸਾਂ ਦਾ ਕਨਵੋਕੇਸ਼ਨਾਂ ਦਾ ਹਿੱਸਾ ਬਣਨਾ ਹੈ ਨਾ, ਤਾਂ ਉਦੋਂ ਉਹਨਾਂ ਦਿਨਾਂ ਦੇ ਵਿੱਚ ਇਹ ਸਾਡੀ ਪ੍ਰਾਈਮ ਡਿਊਟੀ ਬਣਦੀ ਹੈ ਹੁਣ ਕਿ ਲੋਕਾਂ ਨੂੰ ਸਮਝਾਈਏ ਕਿ ਇਸ ਮੁਲਕ ਦੀ ਜਮਹੂਰੀਅਤ ਖਤਰੇ ਦੇ ਵਿੱਚ, ਤੇ ਜਮਹੂਰੀਅਤ ਜਿਹੜੀ ਹੈਗੀ ਆ ਜਦੋਂ ਉਹ ਖਤਰੇ ਦੇ ਵਿੱਚ ਹੋਵੇ ਤਾਂ ਫਿਰ ਵੋਟਾਂ ਪਾ ਕੇ ਕੀ ਕਰੋਗੇ? ਲੋਕਾਂ ਨੂੰ ਇਹ ਸਮਝਾਉਣਾ ਵੀ ਤੁਹਾਡੇ ਜਿਹੜੇ ਹੱਕ ਹਕੂਕ ਨੇ ਉਹ ਖਤਰੇ ਦੇ ਵਿੱਚ ਨੇ। ਔਰ ਇਹਨਾਂ ਇਲੈਕਸ਼ਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੇ ਇਹ ਕਹਿਣ ਜਾਣਾ ਕਿ ਤੁਸੀਂ ਸਾਨੂੰ ਵੋਟਾਂ ਪਾ ਕੇ ਜਿਤਾਓ, ਤੁਸੀਂ ਆਹ ਦੇ, ਹਾਲਾਂਕਿ ਤਾਂ ਇਹ ਚੀਜ਼ਾਂ ਤਾਂ ਪਹਿਲੀ ਗੱਲ ਤਾਂ ਇਹਨਾਂ ਗੱਲਾਂ ਨੂੰ ਏਜੰਡੇ ਤੇ ਲੈ ਕੇ ਆਉਣ ਦਾ ਸਵਾਲ ਆ ਕਿ ਉਹ ਤਾਂ ਇਹ ਕੋਈ ਕਹਿੰਦਾ ਵੀ ਅਸੀਂ ਬਿਜਲੀ ਫ੍ਰੀ ਦੇ ਦਾਂਗੇ, ਕੋਈ ਬੱਸਾਂ ਦੇ ਕਿਰਾਏ ਮਾਫ ਕਰ ਦਾਂਗੇ, ਕੋਈ ਕਹਿੰਦਾ ਮਤਲਬ ਸਾਰਿਆਂ ਨੇ ਇੱਕ ਮੁਫਤ ਦੇ ਪੈਕੇਜ ਐਲਾਨਣ ਦਾ ਕੰਮ ਵਿੱਢਿਆ ਹੋਇਆ। ਲੋਕਾਂ ਨੂੰ ਇਹ ਪਹਿਲਾਂ ਤਾਂ ਜਾ ਕੇ ਅਹਿਸਾਸ ਕਰਾਉਣਾ ਦੀ ਜ਼ਮੀਰ ਨੂੰ ਹਲੂਣਾ ਦੇਣ ਦੀ ਲੋੜ ਆ ਵੀ ਕੀ ਤੁਸੀਂ ਆਹ ਮੁਫਤ ਦੀਆਂ ਸਕੀਮਾਂ ਜਿਹੜੀਆਂ ਤੁਹਾਡੇ ਲਈ ਐਲਾਨ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਆਧਾਰ ਤੇ ਉਮੀਦਵਾਰਾਂ ਦੀ ਚੋਣ ਕਰਨੀ ਆ। ਇਹਨਾਂ ਹੀ ਉਮੀਦਵਾਰਾਂ ਨੂੰ ਇਹ ਕਿਉਂ ਨਹੀਂ ਪੁੱਛਦੇ ਵੀ ਪੰਜਾਬ ਦੇ ਅਸਲ ਮੁੱਦੇ ਕੀ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਕਿ ਉਹ ਜਿਹੜੇ ਲੋਕ ਨੇ ਜਦੋਂ ਲੋਕਾਂ ਤੱਕ ਅਸੀਂ ਗੱਲ ਲੈ ਕੇ ਜਾਵਾਂਗੇ, ਜਿੰਨੇ ਵੀ ਲੋਕਾਂ ਨੂੰ ਆਪਣੀ ਗੱਲ ਸੁਣਾਉਣ ਤੇ ਸੁਣਾ ਕੇ ਉਹਨਾਂ ਨੂੰ ਸਮਝਾ ਕੇ ਇਸ ਗੱਲ ਦੇ ਕਾਬਲ ਕਰ ਪਾਏ ਕਿ ਉਹ ਆਏ ਹੋਏ ਉਮੀਦਵਾਰਾਂ ਨੂੰ ਇਦਾਂ ਦੇ ਸਵਾਲ ਪੁੱਛਣ ਜਿਹੜੇ ਅਸੀਂ ਆਪਾਂ ਗੱਲਾਂ ਕਰ ਰਹੇ ਹਾਂ, ਤਾਂ ਇਹੀ ਸਾਡੀ ਕਾਮਯਾਬੀ ਹੋਊਗੀ। ਠੀਕ ਹੈ ਨਾ, ਜਿੱਥੇ ਇਹ ਸਵਾਲ ਦਫਨ ਹੀ ਹੋ ਚੁੱਕੇ ਨੇ, ਇਹ ਗੱਲ ਹੀ ਨਹੀਂ ਹੋ ਰਹੀ ਕਿ ਪੰਜਾਬ ਦੇ ਅਸਲ 'ਚ ਮੁੱਦੇ ਕੀ ਨੇ। ਈਵਨ ਕਿ ਆਹ ਜਿਹੜੀ ਮੈਂ ਤੁਹਾਡੇ ਨਾਲ ਸੰਘੀ ਢਾਂਚੇ ਦੀਆਂ ਗੱਲਾਂ ਕਰ ਰਿਹਾ, ਇਹ ਤਾਂ ਕਰਨੀਆਂ ਕੀ ਨੇ ਕਿਸੇ ਨੇ, ਇਹ ਮਤਲਬ ਕਿ ਐਜੂਕੇਸ਼ਨ, ਹੈਲਥ ਤੇ ਹੋਰ ਜਿੰਨਾ ਵੀ ਸਾਡਾ ਸਰਵਿਸਿਜ਼ ਦਾ ਸਾਰਾ ਸੈਕਟਰ ਆ, ਉਸ ਮਾਮਲੇ ਦੇ ਵਿੱਚ ਇਹਨਾਂ ਪੋਲੀਟੀਕਲ ਪਾਰਟੀਆਂ ਕੋਲ ਕੀ ਪ੍ਰੋਗਰਾਮ ਆ ਵੀ ਐਜੂਕੇਸ਼ਨ ਦਾ ਸੈਕਟਰ ਜਿਹੜਾ ਹੈਗਾ ਉਹ ਕਿਵੇਂ ਪ੍ਰਫੁੱਲਤ ਹੋਣਾ, ਹੈਲਥ ਦਾ ਸੈਕਸ਼ਨ ਕਿਵੇਂ ਪ੍ਰਫੁੱਲਤ ਹੋਣਾ, ਜਾਂ ਬਿਜਲੀ ਮਹਿਕਮਾ ਆ ਸਾਡਾ, ਪਾਣੀ ਮਹਿਕਮਾ ਜਾਂ ਆਵਾਜਾਈ ਦਾ ਪ੍ਰਬੰਧ ਆ, ਇਹਨਾਂ ਦੇ ਦੁਆਲੇ ਵੀ ਇਹਨਾਂ ਨੇ ਕੋਈ ਵੀ ਪੋਲੀਟੀਕਲ ਪਾਰਟੀ ਦੇਖ ਲਓ ਤੁਸੀਂ, ਜਾਂ ਕਿਸੇ ਕੋਲ ਕੋਈ ਪ੍ਰੋਗਰਾਮ ਨਹੀਂ ਹੈਗਾ। ਇਹ ਤਾਂ ਉਦੋਂ ਵੀ ਉਰਲੀਆਂ ਗੱਲਾਂ ਨੇ, ਕਿਉਂਕਿ ਇਹਨਾਂ ਗੱਲਾਂ ਦੀ ਜਦੋਂ ਗੱਲ ਕਰਨੀ ਹੈ ਨਾ, ਜਦੋਂ ਗੱਲ ਤੁਸੀਂ ਕਰਨੀ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਗੱਲਾਂ ਜੇ ਅਸੀਂ ਲੋਕਾਂ ਨੂੰ ਜਾ ਕੇ ਹੈਲਥ ਦੀ, ਐਜੂਕੇਸ਼ਨ ਦੀ, ਜਿਹੜੀ ਟਰਾਂਸਪੋਰਟ ਸਿਸਟਮ ਦੀ, ਜਾਂ ਬਿਜਲੀ ਪ੍ਰਬੰਧ, ਜਾਂ ਪਾਣੀ ਦੇ ਪ੍ਰਬੰਧ, ਜਾਂ ਹੋਰ ਸੇਵਾਵਾਂ ਦੀ ਜਦੋਂ ਗੱਲ ਕਰਾਂਗੇ ਤਾਂ ਉਹਨਾਂ ਨੂੰ ਪਤਾ ਵੀ ਸਾਡੇ ਕੋਲ ਪਾਵਰ ਹੀ ਹੈ ਨਹੀਂ, ਸਾਡੇ ਕੋਲ ਅਸਾਸ ਹੀ ਹੈ ਨਹੀਂ, ਇਸ ਕਰਕੇ ਉਹ ਗੱਲ ਹੀ ਨਹੀਂ ਕਰਦੇ। ਤਾਂ ਇਹ ਚੀਜ਼ ਨੂੰ ਪਹਿਲਾਂ ਇਸੇ ਸੈਂਟਰ ਦੇ ਵਿੱਚ ਸੈਂਟਰ ਫੋਕਸ 'ਚ ਲਿਆਉਣ ਦੀ ਲੋੜ ਆ ਵੀ ਅਸਲ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਸਵਾਲ ਪੁੱਛੇ ਜਾਣ, ਲੋਕ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਣ ਵੀ ਆਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਆਹ ਜਿਹੜਾ ਸਰਵਿਸਿਜ਼ ਸੈਕਟਰ ਇਹਦੇ ਵਿੱਚ ਤੁਸੀਂ ਕੀ ਆ ਮਾਡਲ ਤੁਹਾਡੇ ਕੋਲ? ਪੰਜਾਬ ਦਾ ਜਿਹੜਾ ਖੇਤੀਬਾੜੀ ਦਾ ਜਿਹੜਾ ਸਾਡਾ ਢਾਂਚਾ ਆ, ਖੇਤੀ ਦਾ ਢਾਂਚਾ ਆ ਜਿਹੜਾ, ਉਹ ਸਿਰਫ 2 ਫਸਲਾਂ ਦੇ ਉੱਤੇ ਸਿਮਟ ਕੇ ਰਹਿ ਗਿਆ ਲਗਭਗ, ਝੋਨੇ ਤੇ ਕਣਕ ਦੇ ਉੱਤੇ। ਉਹਨਾਂ ਕੋਲੇ ਖੇਤੀ ਵਿਭਿੰਨਤਾ ਦੇ ਮਸਲੇ ਨੂੰ ਲੈ ਕੇ ਜਿਹੜੀ ਮੈਂ ਗੱਲ ਪ੍ਰੈਸ ਦੇ ਵਿੱਚ ਬੋਲ ਕੇ ਆਇਆ ਕਿ ਸਾਰੀਆਂ ਜਦੋਂ ਤੁਸੀਂ ਖੇਤੀ ਵਿਭਿੰਨਤਾ ਦੀ ਗੱਲ ਦੇਖੋ, ਮੁੜ ਕੇ ਫਿਰ ਉੱਥੇ ਹੀ ਜਾਣੀ ਹੈ ਵੀ ਸਿਰ ਭਾਵੇਂ ਸਰਹੰਦੀ ਕਰ ਲਪਾਉਂਦੀ ਕਰ, ਲੱਕ ਤਾਂ ਵਿਚਾਲੇ ਹੀ ਆਉਣਾ ਜਿੰਨਾ ਚਿਰ ਤੱਕ ਤਾਕਤ ਨਹੀਂ ਤੁਹਾਡੇ ਕੋਲ ਆਉਂਦੀ। ਮੈਂ ਪ੍ਰੈਸ 'ਚ ਵੀ ਗਈ, ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਸ਼ਾਰਟ 'ਚ ਗੱਲ ਕਰਦਾ, ਜਿਹੜੇ ਦਰਸ਼ਕਾਂ ਨੂੰ ਗੱਲ ਦੀ ਸਮਝ ਸੌਖੇ ਤਰੀਕੇ ਨਾਲ ਆ ਜਾਊਗੀ ਕਿ ਜਦੋਂ ਤੁਸੀਂ ਖੇਤੀਬਾੜੀ ਮਾਡਲ ਦੀ ਗੱਲ ਕਰਨੀ ਹੈ, ਇੱਕ ਤਾਂ ਗੱਲ ਸਾਰੇ ਹੀ ਮੰਨਦੇ ਆ ਨਾ, ਸਾਰੀਆਂ ਪਾਰਟੀਆਂ ਕਹਿ ਰਹੇ, ਸਾਰੇ ਬੁੱਧੀਜੀਵੀ ਕਹਿੰਦੇ ਆ, ਸਾਰੇ ਜਿਹੜੇ ਵਾਤਾਵਰਨ ਪ੍ਰੇਮੀ ਕਹਿੰਦੇ ਵੀ ਖੇਤੀ ਵਿਭਿੰਨਤਾ ਹੋਣੀ ਚਾਹੀਦੀ ਹੈ। ਖੇਤੀ ਵਿਭਿੰਨਤਾ ਕਾਹਦੇ ਸਿਰ ਤੇ ਯਾਰ ਲੈ ਕੇ ਆਉਂਗੇ? ਖੇਤੀ ਵਿਭਿੰਨਤਾ ਜਦੋਂ ਲੈ ਕੇ ਆਉਂਗੇ ਤਾਂ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਤੁਹਾਡੇ ਕੋਲ ਉਹ ਰਿਸਰਚ ਕਰਾਉਣ ਦੇ ਲਈ ਉਹ ਖੋਜ ਸੰਸਥਾਵਾਂ ਹੈਗੀਆਂ ਜਿਹੜੀਆਂ ਤੁਹਾਡੀ ਮਿੱਟੀ ਦੀ ਖੋਜ ਕਰਕੇ ਇਹ ਰਿਕਮੈਂਡ ਕਰਨ ਵੀ ਆਹ ਫਸਲਾਂ ਇੱਥੇ ਬੀਜੋ, ਤੇ ਜਿਹੜੀਆਂ ਫਸਲਾਂ ਉੱਥੇ ਬੀਜਣੀਆਂ ਉਹਨਾਂ ਫਸਲਾਂ ਦੇ ਭਾਅ ਤੈਅ ਕਰਨ ਦੇ ਲਈ ਆਰਥਿਕ ਅਸਾਸੇ ਸੂਬੇ ਕੋਲ ਹੈਗੇ ਆ, ਜਾਂ ਉਹਨਾਂ ਫਸਲਾਂ ਦੇ ਭਾਅ ਤੈਅ ਕਰਨ ਦਾ ਅਧਿਕਾਰ ਪਹਿਲਾਂ ਤਾਂ, ਕਿਉਂਕਿ ਉਹ ਸੈਂਟਰ ਕੋਲੇ ਭਾਅ ਤੈਅ ਕਰਦਾ, ਤੇ ਉਹਦੇ ਆਰਥਿਕ ਅਸਾਸੇ ਸੂਬਿਆਂ ਕੋਲ ਹੈਗੇ ਆ? ਨਹੀਂ ਹੈਗੇ। ਤਾਂ ਤੁਸੀਂ ਖੇਤੀ ਵਿਭਿੰਨਤਾ ਕਿੱਥੋਂ ਲੈ ਆਓਗੇ? ਜੇ ਤੁਸੀਂ ਪਹਿਲਾਂ ਤਾਂ ਉਹ ਅੱਜ ਇੱਕ ਯੂਨੀਵਰਸਿਟੀ ਹੈ ਖੇਤੀਬਾੜੀ ਸਾਡੇ ਕੋਲ, 4, 5 ਜਾਂ 6 ਯੂਨੀਵਰਸਿਟੀਆਂ ਹੋਣੀਆਂ ਚਾਹੀਦੀਆਂ ਜਿਹੜੀਆਂ ਰਿਸਰਚ ਕਰਨ ਕਿ ਜਿਹੜੀ ਕ੍ਰੌਪ ਡਿਵਰਸੀਫਿਕੇਸ਼ਨ ਹੋਣੀ ਕਿੱਦਾਂ ਆ, ਕਿਹੜੀਆਂ ਫਸਲਾਂ ਹੋਣ, ਤੇ ਉਹਨਾਂ ਦੇ ਭਾਅ ਤੈਅ ਕਰਨ ਦਾ ਅਧਿਕਾਰ ਤੇ ਅਸਾਸੇ ਸੂਬਿਆਂ ਕੋਲ ਹੋਣ, ਔਰ ਜਿਹੜੀ ਉਸ ਖੇਤੀ ਦੇ ਵਿੱਚ ਪੈਦਾਵਾਰ ਹੋਣੀ ਆ, ਉਹ ਪੈਦਾਵਾਰ ਅਸੀਂ ਘਰੇ ਤਾਂ ਨਹੀਂ ਨਾ ਰੱਖਣੀ ਜਾਂ ਸੂਬੇ 'ਤੇ ਤਾਂ ਖੱਪ ਨਹੀਂ ਜਾਣੀ, ਉਸ ਪੈਦਾਵਾਰ ਦਾ ਵਪਾਰ
ਕਿਹੜੇ ਦੂਜੇ ਸੂਬਿਆਂ ਨਾਲ ਅੰਤਰਰਾਸ਼ਟਰੀ ਵਪਾਰ ਬਣਦਾ ਉਹ ਖੋਲਣ ਦੀ ਮੰਗ ਵੀ ਕੇਂਦਰ ਕੋਲੋਂ ਕਰਨੀ ਪੈਣੀ ਆ। ਇਟ ਇਜ਼ ਦਾ ਕੰਪਲੀਟ ਐਗਰੀਕਲਚਰ ਮਾਡਲ ਆਫ ਪੰਜਾਬ। ਇਹ ਐਗਰੀਕਲਚਰ ਮਾਡਲ, ਇਹਦੇ 'ਚ ਹੋਰ ਬਹੁਤ ਸਾਰਾ ਕੁਝ ਕਿਹਾ ਜਾ ਸਕਦਾ ਆ। ਠੀਕ ਹੈ, ਅੱਜ ਸੀਮਾ ਹੈ ਉਸ ਗੱਲ ਦੀ। ਇਹ ਵੀ ਗੱਲ ਕੋਈ ਨਹੀਂ ਕਰ ਰਿਹਾ, ਜੇ ਕਿਤੇ ਕਰ ਰਿਹਾ ਤੁਸੀਂ ਪੱਤਰਕਾਰ ਹੋ, ਕਿਤੇ ਸੁਣੀ ਆ ਤਾਂ ਮੈਨੂੰ ਦੱਸ ਦਿਓ। ਔਰ ਦੂਸਰਾ ਐਗਰੋ ਬੇਸਡ ਇੰਡਸਟਰੀ ਜਿਹੜੀ, ਉਹਦੀ ਵੀ ਮੈਂ ਗੱਲ ਕੀਤੀ ਹੈ ਕਿ ਕੋਈ ਵੀ ਐਗਰੋ ਬੇਸਡ ਇੰਡਸਟਰੀ ਦੀ ਗੱਲ ਨਹੀਂ ਕਰ ਰਿਹਾ। ਖੇਤੀਬਾੜੀ ਆਧਾਰਿਤ ਸੂਬਾ ਆ, ਖੇਤੀ ਵਿਭਿੰਨਤਾ ਆਵੇ, ਉਸ ਹਿਸਾਬ ਦੀਆਂ ਫਸਲਾਂ ਬੀਜੀਆਂ ਜਾਣ, ਉਹਦੇ ਆਧਾਰ ਤੇ ਇੰਡਸਟਰੀ ਲੱਗੇ, ਕਿਸਾਨਾਂ ਨੂੰ ਢੁਕਵੇਂ ਭਾਅ ਮਿਲਣ, ਮਜ਼ਦੂਰਾਂ ਨੂੰ ਢੁਕਵੀਂ ਮਜ਼ਦੂਰੀ ਮਿਲੇ, ਉੱਥੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕੰਮ ਮਿਲੇ, ਉੱਥੇ ਵਪਾਰੀਆਂ ਦਾ ਵਪਾਰ ਪ੍ਰਫੁੱਲਤ ਹੋਵੇ। ਇਹ ਸਾਰਾ ਕੁਝ ਹੋ ਸਕਦਾ ਹੈ। ਖੇਤੀਬਾੜੀ ਮਾਡਲ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ। ਔਰ ਸਾਡੀ ਪਾਰਟੀ ਕਿਸਾਨਾਂ ਦੇ ਵਿੱਚ, ਮਜ਼ਦੂਰ, ਇਸ ਮੁਲਕ ਦੇ, ਇਹ ਸੂਬੇ ਦੇ ਲੋਕਾਂ ਦੇ ਵਿੱਚ ਇਹ ਖੇਤੀਬਾੜੀ ਮਾਡਲ ਦੀ ਬਾਤ ਪਾਏਗੀ। ਔਰ ਇਹ ਜੇ ਕਿਉਂਕਿ ਆਰਥਿਕਤਾ ਜਿਹੜੀ ਖੇਤੀ ਆਧਾਰਿਤ ਹੈ, ਜੇ ਅਸੀਂ ਇਸ ਮਾਡਲ ਦੀ ਗੱਲ ਕਰਦੇ ਰਹੇ, ਮਾਡਲ ਪੰਜਾਬ ਦੇ ਵਿੱਚ ਆ ਜਾਵੇ, ਤਾਂ ਮੈਂ ਸਮਝਦਾ ਕਿ ਪੰਜਾਬ ਵਰਗਾ ਖੁਸ਼ਹਾਲ ਜਿਹੜਾ ਖਿੱਤਾ ਕੋਈ ਹੋ ਹੀ ਨਹੀਂ ਸਕਦਾ। ਜੀ ਬਿਲਕੁਲ, ਖਿੱਤੇ ਦੀ ਖੁਸ਼ਹਾਲੀ ਦਾ ਰਾਹ ਤਾਂ ਇੱਥੋਂ ਨਿਕਲਦਾ। ਜੀ। ਤੇ ਇੱਕ ਆਖਰੀ ਸਵਾਲ ਤੁਹਾਡੇ ਕੋਲੋਂ ਪੁੱਛਣਾ, ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਗੱਲ ਕੀਤੀ ਕਿ ਡੈਮੋਕ੍ਰੇਸੀ ਇਜ਼ ਇਨ ਕ੍ਰਾਈਸਿਸ, ਕਿ ਡੈਮੋਕ੍ਰੇਸੀ ਕ੍ਰਾਈਸਿਸ ਦੇ ਵਿੱਚ ਹੈ। ਥੋੜਾ ਜਿਹਾ ਉਸ ਗੱਲ ਦੇ ਉੱਤੇ ਚਾਨਣਾ ਪਾਓ ਕਿ ਕਿਸ ਤਰ੍ਹਾਂ ਤੁਹਾਨੂੰ ਇਹ ਚੀਜ਼ ਲੱਗ ਰਹੀ ਹੈ ਕਿ ਜਿਹੜੀ ਡੈਮੋਕ੍ਰੇਸੀ ਅਸਲ ਦੇ ਵਿੱਚ ਸੱਚਮੁੱਚ ਜਿਹੜੀ ਕ੍ਰਾਈਸਿਸ ਦੇ ਵਿੱਚ ਹੈ। ਦੇਖੋ, ਜਦੋਂ ਲੋਕਾਂ ਦੇ ਜਿਹੜੇ ਬਣਦੇ ਅਧਿਕਾਰ ਨੇ, ਕਿਹੜੇ ਅਧਿਕਾਰ ਨੇ ਲੋਕਾਂ ਦੇ? ਪਹਿਲਾਂ ਤਾਂ ਰਾਜਸੀ ਅਧਿਕਾਰ ਨੇ। ਜਿਸ ਖਿੱਤੇ ਦੇ ਵਿੱਚ ਤੁਸੀਂ ਰਹਿੰਦੇ ਹੋ, ਤੁਸੀਂ ਉਸ ਖਿੱਤੇ ਨਾਲ ਸੰਬੰਧਿਤ ਹੋ ਨਾ, ਉਸ ਖਿੱਤੇ ਦੇ ਰਾਜਸੀ ਅਧਿਕਾਰ। ਉਹ ਮੈਂ ਤੁਹਾਨੂੰ ਗੱਲ ਕੀਤੀ ਹੈ ਕਿ ਜਿਹੜੀਆਂ ਤਾਕਤਾਂ ਸਾਨੂੰ ਮਿਲਣੀਆਂ ਚਾਹੀਦੀਆਂ ਸਾਡੇ ਕੋਲ ਨਹੀਂ। ਪ੍ਰਸ਼ਾਸਨਿਕ ਅਧਿਕਾਰ ਸਾਡੇ ਕੋਲ ਸਾਨੂੰ ਨਹੀਂ ਦਿੱਤੇ ਗਏ ਕੇਂਦਰ ਵੱਲੋਂ, ਸੈਂਟਰ ਗਵਰਨਮੈਂਟ ਵੱਲੋਂ, ਭਾਰਤੀ ਹਕੂਮਤ ਵੱਲੋਂ। ਠੀਕ ਹੈ, ਸਾਡਾ ਜਿਹੜਾ ਧਾਰਮਿਕ ਅਧਿਕਾਰ, ਜੇ ਮੈਂ ਇਸ ਖਿੱਤੇ ਦੇ ਵਿੱਚ ਰਹਿੰਦੀ ਇੱਕ ਧਾਰਮਿਕ ਗਿਣਤੀ ਦੀ ਗੱਲ ਕਰਾਂ, ਜਿਹੜੀ ਸਿੱਖ ਆ, ਉਹਨਾਂ ਨੂੰ ਅਜੇ ਤੱਕ ਇੱਕ ਵੱਖਰਾ ਧਰਮ ਹੀ ਤਸਲੀਮ ਨਹੀਂ ਕੀਤਾ ਗਿਆ। ਸੰਵਿਧਾਨ ਦੀ ਧਾਰਾ 25 ਤਹਿਤ ਅਸੀਂ ਅਜੇ ਵੀ ਕਿੱਸਾਧਾਰੀ ਹਿੰਦੂ ਹਾਂ। ਸਾਨੂੰ ਇਹ ਤਸਲੀਮ ਕਰਨ 'ਚ ਸਮੱਸਿਆ ਕਿਉਂ ਆ ਉਹ ਸੰਵਿਧਾਨ ਨੂੰ, ਕਿ ਅਸੀਂ ਸਿੱਖ ਹਾਂ। ਅਸੀਂ ਇਹ ਤਾਂ ਨਹੀਂ ਕਹਿ ਕਿ ਜੇ ਸਾਨੂੰ ਸਿੱਖ ਮੰਨ ਲਿਆ ਤਾਂ ਅਸੀਂ ਵਾਕੀ ਹੋ ਜਾਾਂਗੇ ਇਸ ਗੱਲ ਨਾਲ। ਸਾਨੂੰ ਤਸਲੀਮ ਤਾਂ ਕਰੋ। ਧਾਰਮਿਕ ਅਧਿਕਾਰ ਸਾਡੇ ਕੋਲ ਹੈ ਨਹੀਂ। ਸਾਡਾ ਕੌਮੀ ਅਧਿਕਾਰ ਜਿਹੜਾ ਹੈਗਾ ਆ, ਸਾਡੀ ਜਿਹੜੀ ਇੱਕ ਕੌਮੀ ਪਛਾਣ ਆ, ਕੌਮੀ ਪਛਾਣ ਜਿਹੜੀ ਹੈਗੀ ਆ, ਉਹ ਟਾਰਗੇਟ ਦੇ ਵਿੱਚ ਉਹਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ। ਜਿਵੇਂ ਜਗਮੀਤ ਸਿੰਘ ਵਾਲੀ ਗੱਲ ਵੀ ਇਹ ਪੰਜਾਬੀ ਆ, ਇਹ ਬੰਦਾ ਸਿੱਖ ਆ, ਇਹ ਜਿਹੜੀ ਪੰਜਾਬੀ ਲੋਕ ਨੇ ਜਿਹੜੇ, ਇਹ ਮਤਲਬ ਜਿਹੜੇ ਹੈਗੇ ਨੇ ਜੋ ਪਿੱਛੇ ਮਤਲਬ ਕਿ ਹੁਣ ਤੱਕ ਪ੍ਰੋਪੇਗੈਂਡਾ ਪ੍ਰਚਾਰ ਸਾਡੇ ਬਾਰੇ ਕੀਤਾ ਗਿਆ ਹੈ ਨਾ, ਵੀ ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ, ਇਹ ਖਾਲਿਸਤਾਨੀ ਨੇ। ਇਹ ਜਦੋਂ ਕਿਸੇ ਬੰਦੇ ਜਿਹੜਾ ਪੰਜਾਬੀ, ਖਾਸ ਕਰਕੇ ਸਿੱਖ ਪੰਜਾਬੀ ਜਿਹੜਾ ਆ, ਜਦੋਂ ਉਹਦੇ ਉੱਤੇ ਇਸ ਕਿਸਮ ਦਾ ਐਲੀਗੇਸ਼ਨ ਲਾ ਦਿੱਤਾ ਜਾਂਦਾ, ਹਾਲਾਂਕਿ ਜਿਹੜਾ ਇੱਕ ਪਿੱਛੇ ਅੰਦੋਲਨ ਨਿਕਲਿਆ, ਕਿਸਾਨੀ ਅੰਦੋਲਨ, ਉਹਨੇ ਬਹੁਤ ਕੁਝ ਸਾਫ਼ ਕੀਤਾ। ਸਾਡੀ ਦੋ ਤਰ੍ਹਾਂ ਦੀ ਪਛਾਣ ਸੀ ਇਸ ਦੇਸ਼ ਦੇ ਵਿੱਚ। ਮੈਂ ਸਾਫ਼ ਤੌਰ ਤੇ, ਜ਼ਾਹਿਰਾ ਤੌਰ ਤੇ ਕਹਿਣਾ ਚਾਹੁੰਦਾ, ਜਾਂ ਤਾਂ ਸਾਨੂੰ ਮਜ਼ਾਕ ਦੇ ਪਾਤਰ ਸਮਝਿਆ ਜਾਂਦਾ ਸੀ ਤੇ ਜਾਂ ਸਾਨੂੰ ਅੱਤਵਾਦੀ ਸਮਝਿਆ ਜਾਂਦਾ ਸੀ। ਔਰ ਇਹ 1 ਸਾਲ ਦੇ ਅੰਦੋਲਨ ਨੇ ਉਹ ਦੋਵੇਂ ਤਸਵੀਰਾਂ ਸਾਫ਼ ਕੀਤੀਆਂ। ਉਹਨਾਂ ਨੇ ਇਹ ਵੀ ਦੇਖਿਆ ਕਿ ਇਹ ਸਾਊ ਨੇ, ਜੋਕਰ ਨਹੀਂ ਗੇ, ਤੇ ਦੂਸਰਾ ਇਹ ਅੱਤਵਾਦੀ ਨਹੀਂ ਗੇ, ਇਹ ਜੁਝਾਰੂ ਨੇ। ਇਹ ਦੋਵੇਂ ਤਸਵੀਰਾਂ ਸਾਡੀਆਂ ਸਾਫ਼ ਹੋਈਆਂ। ਔਰ ਇਹ ਸਾਰਾ ਕੁਝ ਕਰਨ ਦੀ ਜਿਹੜੀ ਸਾਰੀ ਮੁਹਿੰਮ ਸੀ, ਉਹ ਇੰਡੀਅਨ ਸਟੇਟ ਦੀ ਮੁਹਿੰਮ ਸੀ, ਜਿਹਦੇ ਵਿੱਚ ਅਸੀਂ ਜਿਹੜੇ ਹੈਗੇ ਆ, ਜੋ ਸੀਗੇ, ਉਹ ਜੋ ਨਹੀਂ ਸੀਗੇ, ਉਹ ਉੱਦਾਂ ਦੇ ਅਸੀਂ ਪ੍ਰਿੰਟ ਕੀਤੇ ਗਏ। ਔਰ ਇਹ ਸਾਰੀ ਜਿਹੜੀ ਮੈਂ ਕਹਿ ਰਿਹਾ ਵੀ ਡੈਮੋਕ੍ਰੇਸੀ ਜਿਹੜੀ ਹੈਗੀ, ਜਦੋਂ ਜਮਹੂਰੀਅਤ ਹੈ ਨਾ ਜਿਹੜੀ, ਉਹ ਲੋਕਾਂ ਨੂੰ ਉਹਨਾਂ ਦੇ ਬਣਦੇ ਤਮਾਮ ਅਧਿਕਾਰ ਦਿੰਦੀ ਹੁੰਦੀ ਹੈ। ਇੱਥੇ ਜਿਹੜੇ ਉਹ ਤਮਾਮ ਅਧਿਕਾਰ ਨੇ, ਉਹ ਲੋਕਾਂ ਨੂੰ ਛੱਡੋ, ਇੱਥੇ ਤਾਂ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਪ੍ਰਤੀਨਿਧਤਾਵਾਂ ਨੇ, ਜਿਹੜੀਆਂ ਜਿਵੇਂ ਸੂਬਾ ਸਾਡੀ ਪੰਜਾਬ ਸਾਡੀ ਪ੍ਰਤੀਨਿਧਤਾ ਆ, ਜਾਂ ਵੱਖ-ਵੱਖ ਸੂਬੇ ਜਿਹੜੇ ਉੱਥੋਂ ਦੇ ਲੋਕਾਂ ਦੀ ਪ੍ਰਤੀਨਿਧਤਾ ਨੇ, ਉਹ ਉਹਨਾਂ ਨੂੰ ਨਹੀਂ ਦਿੱਤੇ ਗਏ। ਗਾਂ ਉਹਦੇ ਦੀ ਲੋਕਾਂ ਤੱਕ ਰਸਾਈ ਹੋਣਾ ਤਾਂ ਬਹੁਤ ਅਗਲੀ ਗੱਲ ਆ। ਸੋ ਇਸ ਕਰਕੇ ਜਿਹੜਾ ਉਹਨਾਂ ਨੂੰ ਅਧਿਕਾਰ ਮਿਲਣਾ, ਜਿਹੜਾ ਉਹਨਾਂ ਨੂੰ ਜਸਟਿਸ ਮਿਲਣਾ ਆ, ਇੱਥੇ ਤੁਸੀਂ ਇਹ ਦੇਖੋ ਵੀ ਕਿੰਨਾ ਸਮਾਂ ਜਿਹੜੇ ਕੇਸ ਜਿਹੜੇ ਹੈਗੇ ਨੇ ਉਹ ਲਮਕਦੇ ਰਹਿੰਦੇ ਆ। ਇੱਥੇ ਜਦੋਂ ਡੈਮੋਕ੍ਰੇਸੀ ਕੀ ਹੈ, ਜਦੋਂ ਡੈਮੋਕ੍ਰੇਸੀ ਇਹੀ ਹੈ ਨਾ ਵੀ ਜੇ ਕੋਈ ਬੰਦੇ ਨੇ, ਜਿਹੜਾ ਕੋਈ ਬੰਦਾ ਆ, ਉਹਦੇ ਨਾਲ ਨਿਆਂਪੂਰਵਕ ਤਰੀਕੇ ਨਾਲ ਪੇਸ਼ ਆਇਆ ਜਾਵੇ। ਜੇ ਕਿਸੇ ਬੰਦੇ ਨੇ ਕੋਈ ਕ੍ਰਾਈਮ, ਜਿਹਨੂੰ ਇੰਡੀਅਨ ਸਟੇਟ ਕ੍ਰਾਈਮ ਮੰਨਦੀ, ਇੱਥੋਂ ਦਾ ਕਾਨੂੰਨ ਕ੍ਰਾਈਮ ਮੰਨਦਾ, ਤੁਸੀਂ ਉਹਨੂੰ ਸਜ਼ਾ ਦੇਤੀ, ਉਹਨੂੰ ਸਜ਼ਾ ਪੂਰੀ ਵੀ ਕਰ ਲਈ। ਬੰਦੀ ਸਿੰਘਾਂ ਦਾ ਮਸਲਾ ਆ, ਪੂਰੀ ਸਜ਼ਾ ਹੋਣ ਦੇ ਬਾਵਜੂਦ ਵੀ ਬੰਦੇ ਜੇਲ੍ਹਾਂ 'ਚ ਬੈਠੇ ਆ। ਠੀਕ ਹੈ, ਇੱਥੇ ਅਫਜ਼ਲ ਗੁਰੂ ਨੂੰ ਜਦੋਂ ਜਿਹੜਾ 2001 ਦਾ ਉਹਦੇ ਤੇ ਵੀ ਡਿਬੇਟ ਆ ਵੀ ਉਹ ਕਿੰਨੇ ਕਰਵਾਇਆ, ਇਹ ਕੋਈ ਕਲੀਅਰ ਨਹੀਂ ਹੈਗਾ, ਜਿਹਦੇ 'ਚ ਅਫਜ਼ਲ ਗੁਰੂ ਨੂੰ ਨੋਮੀਨੇਟ ਕੀਤਾ ਗਿਆ, ਜਿਹੜਾ ਕਸ਼ਮੀਰ ਦੇ ਨਾਲ ਸੰਬੰਧਿਤ ਜਿਹੜਾ ਇੱਕ ਪ੍ਰੋਫੈਸਰ ਸੀ ਅਫਜ਼ਲ ਗੁਰੂ, ਜਿਹਨੂੰ 2010 ਦੇ ਵਿੱਚ 10 ਜਾਂ 11 'ਚ ਫਾਂਸੀ ਦਿੱਤੀ ਗਈ। ਉਹਨੂੰ ਸੁਪਰੀਮ ਕੋਰਟ ਦੀ ਵਰਡਿਕਟ ਆ, ਉਹਨੂੰ ਇਹ ਕਹਿ ਕੇ ਫਾਂਸੀ ਦਿੱਤੀ ਗਈ ਕਿ ਇੱਕ ਧਾਰਮਿਕ ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਤੋਂ ਬਚਾਉਣ ਦੇ ਲਈ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾ ਰਹੀ ਹੈ। ਇਹ ਵਰਡਿਕਟ ਆ ਉੱਥੇ ਜੀ। ਤਾਂ ਫਿਰ ਇਹ ਡੈਮੋਕ੍ਰੇਸੀ ਕਿਵੇਂ ਨਹੀਂ ਕ੍ਰਾਈਸਿਸ ਦੇ ਵਿੱਚ ਹੈਗੀ? ਠੀਕ ਹੈ ਨਾ, ਜਦੋਂ ਪਾਵਰਸ ਜਿਹੜੀਆਂ ਹੈਗੀਆਂ ਨੇ, ਉਹ ਜਮਹੂਰੀ ਤਰੀਕੇ ਦੇ ਨਾਲ ਉਹਨਾਂ ਦੀ ਵੰਡ, ਤਾਕਤਾਂ ਦੀ ਜਿਹੜੀ ਵੰਡ ਆ, ਜਦੋਂ ਜਮਹੂਰੀ ਤਰੀਕੇ ਦੇ ਨਾਲ ਨਹੀਂ ਹੋ ਰਹੀ, ਇੱਕ ਥਾਂ ਤੇ ਕੇਂਦਰੀਕ੍ਰਿਤ ਆ। ਮੈਂ ਕਹਿ ਰਿਹਾ ਕਿ ਡੈਮੋਕ੍ਰੇਸੀ ਦੀ ਰੀੜ੍ਹ ਦੀ ਹੱਡੀ ਸੰਘੀ ਢਾਂਚਾ ਹੁੰਦਾ। ਜਿੱਥੇ ਸੰਘੀ ਢਾਂਚਾ ਨਹੀਂ ਹੈਗਾ, ਮੈਂ ਇਕੱਲੇ ਇੰਡੀਆ ਦੀ ਗੱਲ ਨਹੀਂ ਕਰਦਾ, ਜਿੱਥੇ ਵੀ ਨਹੀਂ ਹੈਗਾ, ਉਹ ਡੈਮੋਕ੍ਰੇਸੀ ਨਹੀਂ ਹੈਗੀ, ਉਹ ਡੈਮੋਕ੍ਰੇਸੀ ਹੈ ਹੀ ਨਹੀਂ। ਤੇ ਕ੍ਰਾਈਸਿਸ ਦੇ ਵਿੱਚ ਤਾਂ ਉਹਨੇ ਆਪੇ ਹੀ ਹੋਣਾ ਆ। ਤਾਂ ਜਦੋਂ ਡੈਮੋਕ੍ਰੇਸੀ ਕ੍ਰਾਈਸਿਸ ਦੇ ਵਿੱਚ, ਜਦੋਂ ਉੱਥੇ ਵੰਡ ਨਹੀਂ ਹੋਣੀ, ਉਹ ਜਿਹੜੀ ਜਮਹੂਰੀ ਤਰੀਕੇ ਨਾਲ ਉਹਨਾਂ ਦੀ ਵੰਡ ਨਹੀਂ ਹੋਣੀ, ਜਮਹੂਰੀ ਹੱਕ ਨਹੀਂ ਤੁਹਾਨੂੰ ਦਿੱਤੇ ਜਾਣੇ, ਤੁਹਾਨੂੰ ਬੋਲਣ ਦੀ ਰਾਈਟ ਟੂ ਸਪੀਚ, ਰਾਈਟ ਟੂ ਗੈਦਰ ਨਹੀਂ ਜਦੋਂ ਤੁਹਾਡੇ ਕੋਲ ਹੈਗਾ। 1 ਸਾਲ ਦਾ ਅੰਦੋਲਨ ਨਿਕਲਿਆ, ਆਪਾਂ
ਸ਼ਾਂਤਮਈ ਤਰੀਕੇ ਨਾਲ 26 ਨਵੰਬਰ 2020 ਨੂੰ ਦਿੱਲੀ ਵੱਲ ਵਧੇ ਸੀਗੇ। ਸਾਡੇ ਅੱਗੇ ਟੋਏ ਪੁੱਟ, ਜੇਸੀਬੀਆਂ ਲਾ, ਵਾਟਰ ਕੈਨਾਂ ਚਲਾ, ਡਾਂਗਾਂ ਚਲਾ, ਰਬੜ ਦੀਆਂ ਗੋਲੀਆਂ ਚਲਾ, ਤਾਂ ਫਿਰ ਇਹ ਡੈਮੋਕ੍ਰੇਸੀ ਆ। ਸਾਡੇ ਕੋਲ ਰਾਈਟ ਟੂ ਗੈਦਰ, ਰਾਈਟ ਟੂ ਸਪੀਚ ਫਿਰ ਕਿੱਧਰ ਗਿਆ? ਠੀਕ ਹੈ, ਜਦੋਂ ਅਸੀਂ ਸਿੰਘੂ ਬਾਰਡਰ ਤੇ ਬੈਠੇ, ਜਾ ਕੇ ਟਿਕਰੀ ਬਾਰਡਰ ਤੇ ਬੈਠੇ, ਗਾਜ਼ੀਪੁਰ ਬਾਰਡਰ ਤੇ ਬੈਠੇ, ਸਾਡੇ ਰਾਹ ਰੋਕਣ ਵਾਸਤੇ 26 ਜਨਵਰੀ ਤੋਂ ਬਾਅਦ ਉੱਥੇ ਤੱਕਣ ਵਾਲੀਆਂ ਤਾਰਾਂ ਲਾ ਦਿੱਤੀਆਂ ਗਈਆਂ, ਜਿਵੇਂ ਕੋਈ ਦੂਜੇ ਪਾਕਿਸਤਾਨ ਤੋਂ ਆ ਕੇ ਲੋਕ ਬੈਠੇ ਹੁੰਦੇ ਆ। ਫਿਰ ਇਹ ਡੈਮੋਕ੍ਰੇਸੀ ਹੈ। 26 ਜਨਵਰੀ ਵਾਲੇ ਦਿਨ ਨਵਰੀਤ ਨੂੰ ਪੀਸਫੁਲ ਪ੍ਰੋਟੈਸਟ ਕਰਦੇ ਨੂੰ ਦਿੱਲੀ ਪੁਲਿਸ ਨੇ ਗੋਲੀ ਮਾਰ ਕੇ ਸ਼ਹੀਦ ਕਰਤਾ। ਫਿਰ ਇਹ ਡੈਮੋਕ੍ਰੇਸੀ ਹੈ। ਫਿਰ ਰਾਈਟ ਟੂ ਸਪੀਚ ਤੇ ਰਾਈਟ ਟੂ ਗੈਦਰ ਕਿੱਥੇ ਚਲਾ ਗਿਆ? ਰਾਈਟ ਟੂ ਪ੍ਰੋਟੈਸਟ ਕਿੱਥੇ ਆ? ਜਦੋਂ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਮੈਂ ਸ਼ੁਰੂ ਉੱਥੋਂ ਕਰ ਰਿਹਾ ਕਿ ਜਦੋਂ ਇਸ ਦੇਸ਼ ਦੀ ਜਿਹੜੀ ਰਾਜ ਸੱਤਾ ਆ, ਭਾਰਤੀ ਰਾਜ ਸੱਤਾ ਆ, ਉਹਦੇ ਵਿੱਚ ਉਹਦੇ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਖਿੱਤੇ ਨੇ, ਸੂਬਿਆਂ ਨੂੰ ਅਧਿਕਾਰ ਨਹੀਂ ਦੇ ਰਹੀ, ਉੱਥੋਂ ਦੇ ਲੋਕਾਂ ਦੇ ਜਮਹੂਰੀ ਅਧਿਕਾਰ ਉਹਨਾਂ ਨੂੰ ਨਹੀਂ ਦੇ ਰਹੀ, ਜਿਹੜੀ ਇੱਥੋਂ ਦੀ ਮਤਲਬ ਜਿਹੜੀ ਨਿਆਂ ਪ੍ਰਣਾਲੀ ਆ, ਉਹ ਉਹਨਾਂ ਨੂੰ ਬਣਦੇ ਸਮੇਂ ਦੇ ਉੱਤੇ ਨਿਆਂ ਨਹੀਂ ਦੇ ਰਹੀ, ਤਾਂ ਫਿਰ ਡੈਮੋਕ੍ਰੇਸੀ ਤਾਂ ਖਤਰੇ ਦੇ ਵਿੱਚ ਹੈਗੀ ਹੋਈ ਹੈ ਨਾ। ਤਾਂ ਜਦੋਂ ਡੈਮੋਕ੍ਰੇਸੀ ਖਤਰੇ ਦੇ ਵਿੱਚ ਆ, ਤਾਂ ਫਿਰ ਅਸੀਂ ਇਹ ਸਮਝਦੇ ਹਾਂ ਕਿ ਇਲੈਕਸ਼ਨਸ ਦਾ ਕੀ ਮਤਲਬ ਆ। ਲੋਕਾਂ ਨੂੰ ਪਹਿਲਾਂ ਇਸ ਗੱਲ ਨੂੰ ਤਸਲੀਮ ਕਰਨਾ ਚਾਹੀਦਾ ਆ ਕਿ ਇਹ ਇਲੈਕਸ਼ਨ ਜਿਹੜੀਆਂ ਹੈਗੀਆਂ ਨੇ, ਪਿਛਲੇ 75 ਸਾਲਾਂ ਤੋਂ ਅਸੀਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਹੈਗੇ ਆ। ਖਾਸ ਕਰਕੇ ਜੇ ਮੈਂ ਪੰਜਾਬ ਦੀ ਗੱਲ ਕਰਨੀ ਹੋਵੇ, ਪੰਜਾਬ ਨੂੰ ਇਲੈਕਸ਼ਨਸ ਦੇ ਵਿੱਚ ਜਾਣ ਤੋਂ ਪਹਿਲਾਂ ਸਾਡਾ ਮੰਨਣਾ ਹੈ ਕਿ ਉਹਦੇ ਮੁੱਦੇ ਪਛਾਣਨੇ ਚਾਹੀਦੇ ਆ, ਸਾਡੇ ਮਸਲੇ ਪਛਾਣਨੇ ਚਾਹੀਦੇ ਆ, ਸਾਡੇ ਹੱਕ ਪਛਾਣਨੇ ਚਾਹੀਦੇ ਆ। ਉਹ ਹੱਕ ਪਛਾਣ ਕੇ ਉਹਨਾਂ ਦੇ ਦੁਆਲੇ ਵੋਟਾਂ ਮੰਗਣ ਆਏ ਉਮੀਦਵਾਰਾਂ ਨੂੰ, ਵੋਟਾਂ ਮੰਗਣੀਆਂ ਪਾਰਟੀਆਂ ਨੂੰ ਸਵਾਲ ਕਰਨੇ ਚਾਹੀਦੇ ਆ ਕਿ ਭਾਈ ਜੇ ਤੁਸੀਂ ਜਿੱਤੋਗੇ ਤਾਂ ਉਸ ਤੋਂ ਬਾਅਦ ਜਿਨ੍ਹਾਂ ਚੀਜ਼ਾਂ ਦੇ ਆਧਾਰ ਦੇ ਉੱਤੇ, ਜਿਨ੍ਹਾਂ ਤਾਕਤਾਂ ਦੇ ਨਾਲ ਕਿਸੇ ਵੀ ਖਿੱਤੇ ਦੇ ਸੂਬੇ ਦਾ ਆਪਣੀ ਕੁਦਰਤੀ ਹਾਲਤਾਂ ਤੇ ਲੋਕਾਂ ਦੀਆਂ ਲੋੜਾਂ ਦੇ ਮੁਤਾਬਕ ਵਿਕਾਸ ਹੁੰਦਾ ਆ, ਤੁਸੀਂ ਉਹ ਕਿਵੇਂ ਕਰ ਦਿਓਗੇ? ਉਹ ਨਹੀਂ ਕਰ ਸਕਦੇ। ਸੋ ਇਸ ਕਰਕੇ ਅੱਜ ਇਹ ਗੱਲ ਕਿਸੇ ਨੂੰ ਹੋ ਸਕਦਾ, ਅੱਜ ਬਹੁਤ ਸਾਰੇ ਲੋਕਾਂ ਨੂੰ ਅੱਜ ਕਿਉਂਕਿ ਵੋਟਾਂ ਦਾ ਮਾਹੌਲ ਭਖਿਆ ਹੋਇਆ, ਉਹਨਾਂ ਨੂੰ ਲੱਗੂਗਾ ਵੀ ਇਹ ਕਿੱਦਾਂ ਦੀ ਗੱਲ ਜਿਹੜੀ ਇਹ ਬੰਦੇ ਕਰ ਰਹੇ ਆ ਨਾ, ਵੀ ਜਿਹੜੀ ਵੋਟਾਂ ਨਾ ਲੜਨ ਦੀ ਗੱਲ ਜਿਹੜੀ ਐਂਟੀ ਡੈਮੋਕ੍ਰੈਟਿਕ ਆ, ਹੈ ਨਾ, ਵੀ ਐਂਟੀ ਡੈਮੋਕ੍ਰੇਸੀ ਗੱਲ ਆ, ਜਮਹੂਰੀਅਤ ਦੇ ਖਿਲਾਫ ਆ ਇਹ ਗੱਲ, ਵੀ ਜਿਹੜੇ ਬੰਦੇ ਚੋਣਾਂ ਨਾ ਲੜਨ ਦੀ ਗੱਲ ਕਰਦੇ ਵੀ ਕਿਤੇ ਨਾ ਕਿਤੇ ਇਹਨੂੰ ਡਿਕਟੇਟਰਸ਼ਿਪ ਨਾਲ ਜਾ ਕੇ ਜੋੜ ਲਿਆ ਜਾਊਗਾ। ਪਰ ਅਸੀਂ ਇਹ ਗੱਲ ਕਹਿੰਦੇ ਆ ਕਿ ਫਿਰ ਜਿਹੜੀ ਜਮਹੂਰੀਅਤ ਆ, ਉਹ ਖਰੀ ਜਮਹੂਰੀਅਤ ਹੋਣੀ ਚਾਹੀਦੀ ਹੈ। ਇੱਦਾਂ ਦੀ ਮਤਲਬ ਕਿ ਜੋਕਰ ਜਮਹੂਰੀਅਤ ਜਿਹੜੀ ਹੈਗੀ ਆ, ਉਹ ਕਾਰਟੂਨ ਜਮਹੂਰੀਅਤ, ਕਾਰਟੂਨ ਡੈਮੋਕ੍ਰੇਸੀ ਹੈ। ਇਸ ਮੁਲਕ ਦੇ ਵੀ ਕਾਰਟੂਨ ਡੈਮੋਕ੍ਰੇਸੀ ਨਹੀਂ ਹੋਣੀ ਚਾਹੀਦੀ। ਡੈਮੋਕ੍ਰੇਸੀ ਦੀ ਨਕਲ ਆ, ਅਸਲ ਦੇ ਵਿੱਚ ਡੈਮੋਕ੍ਰੇਸੀ ਨਹੀਂ ਹੈਗੀ। ਸਾਨੂੰ ਰੀਅਲ ਡੈਮੋਕ੍ਰੇਸੀ ਨੂੰ ਬਹਾਲ ਕਰਾਉਣ ਦੇ ਲਈ ਪਹਿਲਾਂ ਜੂਝਣਾ ਚਾਹੀਦਾ, ਲੜਨਾ ਪੈਣਾ। ਇਹ 75 ਸਾਲਾਂ ਦੇ ਵਿੱਚ ਅਸੀਂ ਪਿੱਟਦੇ ਤਾਂ ਸਾਰੇ ਲੋਕ ਆ। ਜਿਹੜੇ ਲੋਕ ਅੱਜ ਵੋਟਾਂ ਨੂੰ ਜਸਟੀਫਾਈ ਕਰਨਗੇ, ਉਹ ਵੋਟਾਂ ਨੂੰ ਵੀ ਜਸਟੀਫਾਈ ਕਰੀ ਜਾਂਦੇ ਆ। ਉਹ ਦੂਜੇ ਪਾਸੇ ਇਸ ਜਿਹੜੀ ਡੈਮੋਕ੍ਰੇਸੀ ਉਹਨਾਂ ਨਾਲ ਧੱਕਾ ਕਰਦੀ, ਸੋ ਕਾਲਡ ਡੈਮੋਕ੍ਰੇਸੀ, ਉਹਦੇ ਖਿਲਾਫ ਪਿੱਟੀ ਵੀ ਜਾਂਦੇ ਆ। ਅਸਲ 'ਚ ਇਹ ਸਮਝਣਾ ਪੈਣਾ ਕਿ ਇਹ ਜਿਹੜੀ ਡੈਮੋਕ੍ਰੇਸੀ ਆ, ਜਿਹੜੀ ਇਹ ਕਾਰਟੂਨ ਡੈਮੋਕ੍ਰੇਸੀ, ਇਹਨੂੰ ਰੀਅਲ ਡੈਮੋਕ੍ਰੇਸੀ ਬਣਾਉਣ ਦੇ ਲਈ ਸਾਨੂੰ ਲੜਨਾ ਪਊਗਾ। ਉਸ ਤੋਂ ਬਾਅਦ ਵੋਟਾਂ ਦੇ ਮਾਇਨੇ ਹੋਣਗੇ, ਅੱਜ ਵੋਟਾਂ ਦੇ ਕੋਈ ਮਾਇਨੇ ਨਹੀਂ ਹੈਗੇ ਜੀ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਸੋ ਇਹ ਸਨ ਪ੍ਰੋਫੈਸਰ ਪ੍ਰਭਜੋਤ ਸਿੰਘ ਘੱਗਾ, ਜਿਨ੍ਹਾਂ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ ਹੈ। ਇਹਨਾਂ ਵੱਲੋਂ ਜਿਹੜੀ ਨਵੀਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ, ਉਸ ਦਾ ਅੱਜ ਆਗਾਜ਼ ਕੀਤਾ ਗਿਆ। ਸੋ ਇਹ ਪਾਰਟੀ ਕੀ ਚੀਜ਼ਾਂ ਕਰੂਗੀ, ਕੀ ਇਸ ਪਾਰਟੀ ਨੇ ਰੂਪਰੇਖਾ ਰੱਖੀ ਆ ਤੇ ਕਿੱਥੇ ਤੱਕ ਇਹ ਪਾਰਟੀ ਆਪਣੇ ਐਫਰਟਸ ਨੂੰ ਲੈ ਕੇ ਜਾਊਗੀ, ਉਹਦੇ ਬਾਰੇ ਇਹਨਾਂ ਨੇ ਸਾਡੇ ਸਾਹਮਣੇ ਗੱਲਬਾਤ ਕੀਤੀ ਤੇ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਾਨਣਾ ਪਾਇਆ। ਹੁਣ ਮੈਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਦ ਸਟੋਰੀ TV।